अरदास सुनी दातार, अरदास सुनी दातार, होई श्रेष्ठ ठर, होई श्रेष्ठ ठर, अपनी मेहर कर, अपनी मेहर कर, सबे जी समा, अपनी मेहर कर, सबे जी समा, अपनी मेहर कर, अपनी मेहर कर, अपनी मेहर कर, सबे जी समा, अपनी मेहर कर, सबे जी समा, अपनी मेहर कर। लेवो कंठ लगाए, लेवो कंठ लगाए, अपदा सब हल, नानक नाम ते आए, नानक नाम ते आए, नानक नाम ते आए, प्रभ का सफल कर, प्रभ का सफल कर, सगल द्वार को छाड़ के गयो तुहारो द्वार, बाह गहे की लाज यस, गोविंद दास तुहार गोविंद दास, लेवो कंठ लगाए, लेवो कंठ लगाए, अपदा सब हर, अपदा सब हर, नानक नाम ते आए, नानक नाम ते आए, प्रभ का सफल कर, प्रभ का सफल कर, प्रभ का सफल कर, प्रभ का सफल कर, सबे जी समा, अपनी मेहर कर, सबे जी समा, अपनी मेहर कर, अपनी मेहर कर, अपनी मेहर कर, अपनी
अपनी में हर कर, अपनी में हर कर, सबे जी समार, अपनी में हर कर, सबे जी समार, अपनी में हर कर, अपनी में हर कर, अपनी हर कर, अपनी में हर कर, अपनी हर कर, अपनी में हर कर, अपनी में हर कर, अपनी में हर कर, अपनी में हर कर, सबे जी समार, अपनी में हर कर, सबे जी समार, अपनी में हर कर, अपनी में हर कर, अपनी में हर कर, वाहे गुरु तेग बहादुर सिमरिए, करना निद आवे ताए, तेग बहादुर सिमरिए, करना निद आवे ताए, सब थाई होए सहाय, सब थाई होए सहाय, तेग बहादुर सिमरिए, करना निद आवे ताए, तेग बहादुर सिमरिए, करना निद आवे ताए, करना निद आवे ताए, करना निद आवे ताए। वडा तेरा दरबार, सच्चा तुद तख्त, सरशाह पातशाह, निहचल चौर छत, पौड़ी वढ़े वड्डा पार तेरा मर्तबा, रंग प्रंग अनेक न अपन करतबा, जिया अंदर जियो सब जाला, सब किसे रे वास तेरा घर भला, तेरा घर नद बधाई तुद कर, मान मता दे दे अपना यार, सर्व कला भरपूर दी सहजत कथा, नानक दासन दास दे आगे बिनवता, तेरा जी तेरा नाम सत है वाहे। पौड़ी वड़ी वडाया पार तेरा मर्तबा, रंग प्रंग अनेक न जपन करतबा, जिया अंदर जियो सब जान ला, सब कुछ तेरे वास्ते तेरा घर भला, तेरे घर नंद उदय तुत घर मान महता, तेज अपना आप जर, सर्व कला भरपूर दिसे जत कथा, नानक दासन दास तुदे आगे बिनवता सलो। पवन गुरु पानी पिता माता तरत महत, दिवस रात दुए दाई दाया, खेलें सगल जगत, चंगियाइयां बुरियाइयां वाचे धर्म हदूर, करमी आपो अपनी के नेड़े कह दूर, जिनी नाम ते आया गए मशक्कत का, नानक ते मुख उजले केती छुटी नाल, जिनी नाम ते आया गए मशक्कत का, नानक ते मुख उजले केती छुटी नाल। वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਸਿਮਰੋ ਅੰਗਦ ਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਬਿਘਨਨ ਬਿਘਨਨ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਪਰਮ ਕਿਰਪਾਲਾ ਮਿੰਦ ਸਿੰਘ ਬੇਸਾਲਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਾ
ਅਕਾਲੀ ਦੀਆਂ 30,000 ਫੌਜਾਂ ਚੜ੍ਹ ਕੇ ਆਈਆਂ ਤੇ ਬਾਬਾ ਗੁਰਬਖਸ਼ ਸਿੰਘ ਜੀ ਜਿਨ੍ਹਾਂ ਨਾਲ ਕੇਵਲ 30 ਸਿੰਘ ਨੇ, ਉਹਨਾਂ 30 ਸਿੰਘਾਂ ਨੂੰ ਨਾਲ ਲੈ ਕੇ ਵੈਰੀਆਂ ਨਾਲ ਲੜ ਕੇ ਅਨੇਕਾਂ ਨੂੰ ਮਾਰ ਕੇ ਸ਼ਹੀਦੀ ਪ੍ਰਾਪਤ ਕਰ ਗਏ। ਵੈਰੀ ਦਲ ਨੂੰ ਭਾਜ ਵੀ ਪਾ ਦਿੱਤੀ। ਰਾਤ ਦਾ ਸਮਾਂ ਹੋਇਆ, ਜਿਹੜੇ ਸਿੰਘ ਜੰਗਲਾਂ ਵਿੱਚ ਸਨ ਅੰਮ੍ਰਿਤਸਰ ਸਾਹਿਬ ਪਹੁੰਚੇ। ਸ਼ਹੀਦ ਹੋਏ ਸਿੰਘਾਂ ਦੇ ਸਰੀਰ ਲੱਭੇ ਨੇ, ਭਾਲੇ ਨੇ, ਕਿਉਂਕਿ ਆਪਣੇ ਬਗਾਨੇ ਦੀ ਸਮਝ ਨਹੀਂ ਸੀ ਪੈਂਦੀ। ਇੰਨਾ ਜੰਗ ਹੋਇਆ, ਇੰਨੀ ਕਟਾ ਵੱਢ ਹੋਈ, ਪਰ ਸਿੰਘਾਂ ਦੇ ਸਰੂਪ ਵੱਖਰੇ ਨੇ, ਨਿਰਾਲੇ ਨੇ। ਪਛਾਣ ਕੇ ਉਹਨਾਂ ਸਿੰਘਾਂ ਨੂੰ ਬਾਬਾ ਗੁਰਬਖਸ਼ ਸਿੰਘ ਜੀ ਦੇ ਸਮੇਤ ਅਕਾਲ ਬੂੰਗੇ ਦੇ ਪਿਛਲੇ ਪਾਸੇ, ਜਿੱਥੇ ਅੱਜ ਵੀ ਬਾਬਾ ਜੀ ਦੀ ਯਾਦ ਬਣੀ ਹੋਈ ਹੈ, ਉੱਥੇ ਚਿਖਾ ਰਚ ਕੇ, ਅੰਗੀਠਾ ਰਚ ਕੇ ਸਾਰੇ ਸਿੰਘਾਂ ਦਾ ਇਕੱਠਾ ਅੰਤਮ ਸੰਸਕਾਰ ਕੀਤਾ ਹੈ। ਆਓ ਗੁਰੂ ਘਰ ਦਾ ਇਤਿਹਾਸ, ਗੁਰੂ ਕੇ ਪੰਥ ਦਾ ਇਤਿਹਾਸ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਇਕਾਗਰਤਾ ਬਣਾਉਣ ਨਿਮਿਤ ਸਤਿਗੁਰੂ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦਿਆਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਕ ਚਿਖਾ ਪੈ ਸਭ ਤਰੇ, ਦੀਨ ਹੋਤਾਸਨ ਲਾਏ। ਇੱਕ ਚਿਖਾ ਸਿੰਘਾਂ ਨੇ ਤਿਆਰ ਕੀਤੀ। ਜਦੋਂ ਇਕੱਠੇ ਸਿੰਘਾਂ ਦਾ ਸੰਸਕਾਰ ਹੁੰਦਾ ਸੀ, ਇਹ ਮਰਿਆਦਾ ਰਹੀ ਹੈ ਪੰਥ ਵਿੱਚ, ਤਾਂ ਇੱਕੋ ਅੰਗੀਠਾ ਤਿਆਰ ਕੀਤਾ ਜਾਂਦਾ ਸੀ। ਉਹਦੇ 'ਚ ਸਾਰੇ ਸਿੰਘਾਂ ਦੇ ਸਰੀਰ ਅੰਗੀਠੇ 'ਚ ਰੱਖ ਕੇ ਤੇ ਫਿਰ ਇਕੱਠਿਆਂ ਦਾ ਸੰਸਕਾਰ ਹੁੰਦਾ ਸੀ। ਚਾਹੇ ਉਹ ਮੁਕਤਸਰ ਸਾਹਿਬ ਦੇ ਜੰਗ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ, ਕਲਗੀਧਰ ਪਾਤਸ਼ਾਹ ਨੇ ਉਹਨਾਂ ਇਕੱਠੇ ਸਿੰਘਾਂ ਦਾ ਅੰਗੀਠਾ ਰਚ ਕੇ ਸੰਸਕਾਰ ਆਪ ਕੀਤਾ ਸੀ। ਤੋ ਇਸੇ ਤਰ੍ਹਾਂ ਇਹ ਮਰਿਆਦਾ ਸੀ ਪੰਥ ਵਿੱਚ। ਤੋ ਜਿੰਨੇ ਸਿੰਘ ਆਏ, ਉਹਨਾਂ ਨੇ ਸਾਰੇ ਸਿੰਘਾਂ ਦਾ ਸਰੀਰ ਇੱਕ ਜਗ੍ਹਾ ਤੇ ਇਕੱਠਾ ਕਰਕੇ, ਇਕੱਠਿਆਂ ਦਾ ਅੰਗੀਠਾ ਤਿਆਰ ਕਰਕੇ ਅੰਗੀਠੇ ਨੂੰ ਅਗਨ ਭੇਟ ਕੀਤੀ ਹੈ। ਕਰਿਓ ਕੜਾ ਸੋ ਤੇ ਹੁਤੋ, ਸਭ ਹੀ ਦਿਓ ਅਰਤਾਈ। ਅਗਨ ਭੇਟ ਕਰਕੇ, ਸੋਹਿਲਾ ਸਾਹਿਬ ਦੀ ਬਾਣੀ ਦਾ ਜਾਪ ਕਰਕੇ, ਅਲਾਣੀਆਂ ਦੇ ਪਾਠ ਕਰਕੇ, ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀਆਂ ਦੇਗਾਂ ਉਹ ਤਿਆਰ ਕਰਕੇ ਸਿੰਘਾਂ ਨੇ ਪਹਿਲਾਂ ਹਾਜ਼ਰ ਕੀਤੀਆਂ ਸਨ। ਅਰਦਾਸ ਕਰਕੇ ਕੜਾ ਪ੍ਰਸ਼ਾਦ ਦੀ ਦੇਗ ਮਹਾਰਾਜ ਜੀ ਦੇ ਚਰਨਾਂ 'ਚ ਅਰਜ਼ੋਈ ਕੀਤੀ ਤੇ ਫਿਰ ਉਹ ਕੜਾ ਪ੍ਰਸ਼ਾਦ ਦੀ ਦੇਗ ਸੰਗਤ ਵਿੱਚ ਵਰਤਾਈ ਹੈ। ਗੁਰੂ ਖਾਲਸਾ ਜੀ, ਇਹ ਮਰਿਆਦਾ ਹੈ ਪੰਥ ਦੀ, ਗੁਰੂ ਘਰ ਦੀ। ਗੁਰੂ ਸਾਹਿਬ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਆਉਂਦੀ ਹੈ, ਅਰਦਾਸ ਹੁੰਦੀ ਹੈ, ਮਹਾਰਾਜ ਆਪਣੇ ਪਾਸ ਇਹ ਕੜਾ ਪ੍ਰਸ਼ਾਦ ਦੀ ਦੇਗ ਪ੍ਰਵਾਨ ਕਰੋ। ਫਿਰ ਉਹ ਪੰਥ ਵਿੱਚ ਵਰਤਾਈ ਜਾਂਦੀ ਹੈ। ਸ਼ੰਕਾ ਕੀਤਾ ਇੱਕ ਸੱਜਣ ਨੇ, ਬਾਲਕ ਸੀ, ਕਹਿਣ ਲੱਗਾ, ਉਸਤਾਦ ਜੀ ਤੁਸੀਂ ਕਹਿੰਦੇ ਹੋ ਪਰਮੇਸ਼ਰ ਭੋਗ ਲਾਉਂਦਾ ਹੈ, ਤਾਂ ਇਹ ਪ੍ਰਸ਼ਾਦਾ ਪਕਾ ਕੇ ਜਾਂ ਇਹ ਭੋਜਨ ਤਿਆਰ ਕਰਕੇ ਅਸੀਂ ਅਰਪਣ ਕਰਦੇ ਹਾਂ, ਪਰ ਜਿਵੇਂ ਅੱਗੇ ਰੱਖਦੇ ਆ ਉਦਾਂ ਹੀ ਚੁੱਕ ਲੈਂਦੇ ਆ। ਇਹ ਤਾਂ ਵਿਖਾਵਾ ਹੈ, ਪਖੰਡ ਹੈ। ਉਹ ਕਹਿਣ ਲੱਗਾ, ਬੇਟਾ ਇਹਦਾ ਜਵਾਬ ਤੈਨੂੰ ਹੁਣ ਨਹੀਂ ਦੇਣਾ, ਠਹਿਰ ਜਾ। ਇੱਕ ਪੁਸਤਕ ਦਿੱਤੀ, ਉਹਦੇ 'ਚ ਸ਼ਲੋਕ ਲਿਖਿਆ ਹੋਇਆ ਸੀ। ਆਖਿਆ, ਬੇਟਾ ਇਹ ਸ਼ਲੋਕ ਚੇਤੇ ਕਰ, ਯਾਦ ਕਰ। ਉਹਨੇ ਉਹ ਸ਼ਲੋਕ ਸਵੇਰ ਤੋਂ ਲੈ ਕੇ ਪੜ੍ਹਨ ਲੱਗਾ, ਜਿਉਂ ਬਾਰ-ਬਾਰ ਪੜ੍ਹ ਕੇ ਸ਼ਾਮ ਤੱਕ ਯਾਦ ਹੋ ਗਿਆ।
ਅਗਲੇ ਦਿਨ ਉਸਤਾਦ ਆਇਆ, ਕਹਿਣ ਲੱਗਾ, ਹਾਂ ਬਈ ਸ਼ਲੋਕ ਚੇਤੇ ਹੈ? ਕਹਿੰਦਾ ਜੀ ਹਾਂ। ਉਹਨੇ ਆਖਿਆ ਵੀ ਸੁਣਾਓ ਸ਼ਲੋਕ। ਉਹਨੇ ਸਾਰਾ ਸ਼ਲੋਕ ਯਾਦ ਸੀ, ਜ਼ੁਬਾਨੀ ਸੁਣਾ ਦਿੱਤਾ। ਕਹਿੰਦਾ ਮੈਂ ਨਹੀਂ ਮੰਨਦਾ ਕਿ ਸ਼ਲੋਕ ਤੈਨੂੰ ਚੇਤੇ ਹੈ, ਤੇਰੇ ਜ਼ਿਹਨ ਵਿੱਚ ਹੈ। ਠੀਕ ਨਹੀਂ? ਕਹਿੰਦਾ ਨਹੀਂ ਜੀ, ਜਿਵੇਂ ਤੁਸੀਂ ਦਿੱਤਾ ਸੀ, ਜਿਵੇਂ ਲਿਖਿਆ ਸੀ, ਮੈਂ ਉਸੇ ਤਰ੍ਹਾਂ ਯਾਦ ਕਰਕੇ ਤੁਹਾਨੂੰ ਸੁਣਾਇਆ। ਕਹਿੰਦੇ ਵੀ ਮੈਂ ਮੰਨ ਹੀ ਨਹੀਂ ਸਕਦਾ ਵੀ ਉਹ ਤੇਰੇ ਅੰਦਰ ਕਿਵੇਂ ਚਲਾ ਗਿਆ। ਕਹਿੰਦਾ ਕਿਤਾਬ ਖੋਲੋ। ਕਿਤਾਬ ਖੋਲੀ ਤੇ ਸ਼ਲੋਕ ਉਹਦੇ ਵਿੱਚ ਵੀ ਹੈ। ਕਹਿੰਦਾ ਇਹਦੇ ਲਿਖਿਆ ਤਾਂ ਇਹਦੇ ਵਿੱਚ ਹੈ, ਤੇਰੇ ਅੰਦਰ ਕਿਵੇਂ ਪਹੁੰਚ ਗਿਆ? ਲਿਖਿਆ ਤਾਂ ਇਹਦੇ 'ਚ ਹੋਇਆ, ਇਹ ਸਥੂਲ ਰੂਪ ਵਿੱਚ ਨਜ਼ਰ ਆ ਰਿਹਾ, ਸਾਹਮਣੇ ਅੱਖਰ ਲਿਖੇ ਹੋਏ ਨੇ, ਕਾਲੀ ਸ਼ਾਹੀ ਦੇ ਨਾਲ ਲਿਖਿਆ ਹੋਇਆ, ਤੇਰੇ ਅੰਦਰ ਕਿਵੇਂ ਚਲਾ ਗਿਆ ਬਈ? ਕਹਿੰਦਾ ਜੀ ਉਹ ਸੂਖਮ ਰੂਪ ਜਿਹੜਾ ਉਹ ਮੇਰੇ ਅੰਦਰ ਆ ਗਿਆ। ਅੱਖਰਾਂ ਦਾ ਕੋਈ ਰੂਪ ਤਾਂ ਨਹੀਂ ਨਾ ਹੈ, ਉਹ ਤਾਂ ਲਿਖਣ ਦੇ ਵਿੱਚ ਲਿਪੀ 'ਚ ਅਸੀਂ ਵਰਤਦੇ ਹਾਂ, ਉੱਦਾਂ ਰੂਪ ਤਾਂ ਨਹੀਂ ਅੱਖਰਾਂ ਦਾ। ਸੂਖਮ ਰੂਪ 'ਚ ਤੇਰੀ ਦਿਮਾਗ ਵਿੱਚ, ਤੇਰੀ ਸੁਰਤ ਵਿੱਚ ਵੀ ਚਲਾ ਗਿਆ। ਉਹ ਕਹਿੰਦੇ ਇਸੇ ਤਰ੍ਹਾਂ ਜਦੋਂ ਸਥੂਲ ਪ੍ਰਸ਼ਾਦ ਰੱਖਦੇ ਹਾਂ ਆਪਣੇ ਇਸ਼ਟ ਦੇਵ ਦੇ ਅੱਗੇ, ਸਥੂਲ ਰੂਪ ਵਿੱਚ ਭਾਵੇਂ ਉਹ ਨਾ ਵੀ ਸਵੀਕਾਰ ਕਰਨ, ਪਰ ਸੂਖਮ ਰੂਪ ਵਿੱਚ ਉਹਨਾਂ ਦੇ ਅੰਦਰ ਚਲਿਆ ਜਾਂਦਾ, ਤੇ ਜਿਹੜਾ ਸਥੂਲ ਹੈ ਉਹ ਸੰਗਤ ਵਿੱਚ ਵਰਤਾ ਦਿੱਤਾ ਜਾਂਦਾ ਹੈ। ਸੂਖਮ ਰੂਪ ਕਰਕੇ ਸਾਹਿਬ ਜੀ ਇਹ ਸਾਰੀ ਪ੍ਰਕਿਰਤੀ ਨੂੰ ਹੀ ਭੋਗ ਲਗਾ ਰਹੇ ਨੇ। ਇਹ ਸਾਰੀ ਧਰਤੀ ਉਸ ਪਰਮੇਸ਼ਰ ਦਾ ਭੋਗ ਹੈ ਨਾ, ਸੂਖਮ ਰੂਪ ਹੋ ਕੇ ਸਾਰਿਆਂ ਨੂੰ ਭੋਗ ਰਹੇ ਨੇ। ਇਸ ਕਰਕੇ ਉਹਨੂੰ ਭੋਗੀਆਂ 'ਚ ਭੋਗੀ ਵੀ ਕਿਹਾ। ਤੋ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਜਿੱਥੇ ਬਾਬਾ ਗੁਰਬਖਸ਼ ਸਿੰਘ ਜੀ ਦੇ ਸਮੇਤ ਸਿੰਘਾਂ ਦਾ ਸੰਸਕਾਰ ਕੀਤਾ ਹੈ, ਉੱਥੇ ਅਰਦਾਸ ਕਰਕੇ ਦੇਗ ਜਿਹੜੀ ਹੈ ਉਹ ਸਾਰੇ ਪੰਥ ਵਿੱਚ ਸਿੰਘਾਂ ਵਿੱਚ ਵਰਤਾਈ ਹੈ। ਚੋਪਈ ਤਤਨ ਮੈਂ ਸਿੰਘ ਤਤ ਰਲ ਗਇਓ। ਕਹਿੰਦੇ ਜਿਵੇਂ ਤਤਾਂ ਵਿੱਚ ਮਿਲਦੇ, ਆਕਾਸ਼ ਆਕਾਸ਼ ਵਿੱਚ ਮਿਲ ਗਿਆ, ਧਰਤੀ ਧਰਤੀ 'ਚ ਮਿਲ ਗਈ, ਜਲ ਜਲ ਵਿੱਚ ਮਿਲ ਗਿਆ, ਵਾਯੂ ਵਾਯੂ ਵਿੱਚ ਮਿਲ ਗਈ। ਇਦਾਂ ਕਹਿੰਦੇ ਤੱਤਾਂ ਦੇ ਵਿੱਚ ਜਿਵੇਂ ਤੱਤ ਮਿਲਦੇ, ਇਦਾਂ ਇਹ ਸਾਰੇ ਸਿੰਘ ਮਿਲ ਗਏ ਤੱਤਾਂ ਦੇ ਵਿੱਚ। ਸਥੂਲ ਬੱਪ ਤਜ ਸੂਚਮ ਲਿਓ। ਜਿਹੜਾ ਸਥੂਲ ਸਰੀਰ ਸੀ ਉਹ ਤਾਂ ਉੱਥੇ ਸੰਸਕਾਰ ਹੋ ਗਿਆ, ਪਰ ਜਿਹੜਾ ਸੂਖਮ ਰੂਪ ਸੀ, ਸੂਖਮ ਸਰੀਰ ਦਾ, ਉਹ ਰੂਪ ਉਹਨਾਂ ਸਾਰੇ ਸਿੰਘਾਂ ਨੂੰ ਸ਼ਹੀਦਾਂ ਦਾ ਰੂਪ ਪ੍ਰਾਪਤ ਹੋਇਆ। ਅਥਵਾ ਹਿਕ ਦੇ ਸਿੰਘ ਜੀ ਤਾਰੀ। ਇਦਾਂ ਕਹਿ ਸਕਦੇ ਆ, ਕਹਿੰਦੇ ਵੀ ਜਿੰਨੇ ਉਹ ਸਰੀਰ 30 ਸਿੰਘ ਸੀ ਨਾ, ਉਹ 30 ਸਿੰਘਾਂ ਦੇ ਸਰੀਰ ਮਿਲ ਕੇ ਬਾਬਾ ਗੁਰਬਖਸ਼ ਸਿੰਘ ਜੀ ਦੇ ਸਰੀਰ ਵਿੱਚ ਇੱਕ ਰੂਪ ਹੀ ਹੋ ਗਏ ਨੇ। ਸੂਖਮ ਰੂਪ ਮਿਲ ਕੇ ਨਾ ਇੱਕ ਸਰੀਰ ਹੀ ਬਾਬਾ ਗੁਰਬਖਸ਼ ਸਿੰਘ ਜੀ ਦਾ ਰਹਿ ਗਿਆ, ਉਹਦੇ ਵਿੱਚ ਹੀ ਉਹ ਸਾਰੇ ਸਿੰਘਾਂ ਦਾ ਸਰੂਪ ਮਿਲ ਗਿਆ। ਰਲਿਓ ਜਾਏ ਸ਼ਹੀਦਨ ਮਝਾਰੀ। ਔਰ ਸ਼ਹੀਦਾਂ ਦੇ ਵਿੱਚ ਜਿੱਥੇ ਮਹਾਰਾਜ ਜੀ ਦੇ ਚਰਨਾਂ 'ਚ ਸ਼ਹੀਦ ਨੇ, ਉਹਨਾਂ ਸ਼ਹੀਦਾਂ ਵਿੱਚ ਬਾਬਾ ਗੁਰਬਖਸ਼ ਸਿੰਘ ਜੀ ਜਾ ਰਲੇ, ਜਾ ਪਹੁੰਚੇ। ਤਨ ਤਨ ਪੰਥ ਸਭੋ ਉਸ ਆਖੇ, ਮਾਤ ਪਿਤਾ ਸਭ ਧਨ ਉਸ ਪਾਖੇ। ਸਾਰਾ ਪੰਥ ਕਹਿੰਦਾ ਬਾਬਾ ਗੁਰਬਖਸ਼ ਸਿੰਘ ਜੀ ਤੁਸੀਂ ਧਨ ਹੋ, ਧਨ ਹੋ ਬਾਬਾ ਗੁਰਬਖਸ਼ ਸਿੰਘ ਜੀ, ਨਿਹੰਗ ਸਿੰਘ ਜੀ ਤੁਸੀਂ ਧਨ ਹੋ। ਧਨ ਤੁਹਾਡੀ ਜਨਨੀ ਮਾਂ ਜਿਸ ਦੀ ਕੁੱਖ ਤੋਂ ਤੁਸੀਂ ਜਨਮੇ ਹੋ। ਧਨ ਹੈ ਤੁਹਾਡਾ ਪਿਤਾ ਜਿਸ ਦੇ ਗ੍ਰਹਿ ਵਿਖੇ ਆਏ ਹੋ। ਸ਼ਹੀਦ ਗੰਜ ਤੈ ਸਿੰਘਨ ਬਨਵਾਇਓ। ਇਸ ਤਰ੍ਹਾਂ ਸ਼ਹੀਦ ਗੰਜ, ਸ਼ਹੀਦੀ ਅਸਥਾਨ, ਉੱਥੇ ਸਿੰਘਾਂ ਦਾ ਪੰਥ ਨੇ ਅਥੜਾ ਬਣਾ ਦਿੱਤਾ। ਹੁਣ ਤਾਂ ਦਰਬਾਰ ਹੈ, ਪਿੱਛੇ ਜੀ ਨਵੇਂ ਦਰਬਾਰ ਦੀ ਕਾਰ ਸੇਵਾ ਹੋਈ ਹੈ। ਪਹਿਲਾਂ ਪੁਰਾਤਨ ਬਣਿਆ ਹੋਇਆ, ਪਿੱਛੇ ਜੀ ਕਾਰ ਸੇਵਾ ਕਰਕੇ ਸੋਹਣਾ ਬੜਾ ਸੁੰਦਰ ਦਰਬਾਰ ਆਪ ਦੀ ਜਦੋਂ ਦਰਸ਼ਨ ਕਰਦੇ ਹੋ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਬਾਬਾ ਗੁਰਬਖਸ਼ ਸਿੰਘ ਜੀ ਦਾ, ਸਿੰਘਾਂ ਦਾ, ਸ਼ਹੀਦਾਂ ਦਾ ਅਸਥਾਨ ਸ਼ੋਭਨੀਕ ਹੈ। ਉੱਤੇ ਲਿਖਿਆ ਹੋਇਆ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ, ਉਹਨਾਂ ਦਾ ਇਹ ਸ਼ਹੀਦੀ ਅਸਥਾਨ ਹੈ। ਉਹ ਸ਼ਹੀਦ ਗੰਜ ਉਸ ਵੇਲੇ ਪੰਥ ਨੇ ਬਣਾਇਆ। ਸੁਖ ਨਾ ਸੁਖੀ ਤਿਸੇ ਬਰ ਆਇਓ। ਐਸੀ ਬਰਕਤ ਹੈ ਉੱਥੇ ਸ਼ਹੀਦਾਂ ਦੀ,
ਭਾਈ ਰਤਨ ਸਿੰਘ ਜੀ ਬਕਾਇਦਾ ਉੱਥੇ ਰਹੇ ਨੇ, ਕਿਉਂਕਿ ਇਹ ਜਿਹੜੀ ਕਥਾ ਆਪ ਜੀ ਸਰਵਣ ਕਰ ਰਹੇ ਹੋ ਨਾ, ਇਹ ਭਾਈ ਸਾਹਿਬ ਜੀ ਨੇ ਉੱਥੇ ਅਕਾਲ ਤਖਤ ਸਾਹਿਬ ਤੇ ਹੀ ਬੈਠ ਕੇ ਬਾਬੇ ਸ਼ਾਮ ਸਿੰਘ ਵਾਲੇ ਬੂੰਗੇ 'ਚ ਬਹਿ ਕੇ ਕਥਾ ਲਿਖੀ ਹੈ। ਤੋ ਉੱਥੇ ਉਹਨਾਂ ਨੇ ਜੋ ਵੇਖਿਆ, ਜੋ ਮਹਿਸੂਸ ਕੀਤਾ, ਉਹ ਦੱਸ ਰਹੇ ਨੇ। ਕਹਿੰਦੇ ਐਸਾ ਇਹ ਪਵਿੱਤਰ ਸ਼ਹੀਦਾਂ ਦਾ ਸਥਾਨ ਹੈ ਕਿ ਜਿਹੜਾ ਵੀ ਜਾ ਕੇ ਉੱਥੇ ਜਿਹੜੀ ਵੀ ਸੁਖਣਾ ਸੁਖਦਾ ਹੈ, ਉਹਦੀ ਸੁਖਣਾ ਪੂਰੀ ਹੁੰਦੀ ਹੈ। ਜਿੰਨੇ ਵੀ ਸ਼ਹੀਦਾਂ ਦੇ ਸਥਾਨ ਨੇ ਖਾਲਸਾ ਜੀ, ਜਿੱਥੇ ਜਿੱਥੇ ਵੀ ਸ਼ਹੀਦਾਂ ਦੀਆਂ ਜਗ੍ਹਾਵਾਂ ਨੇ, ਜਿੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੈ, ਸਤਿਗੁਰਾਂ ਦੇ ਸਥਾਨ ਨੇ, ਉਹਨਾਂ ਸ਼ਹੀਦੀ ਸਥਾਨਾਂ ਦੇ ਉੱਤੇ ਜੋ ਕਾਮਨਾ ਰੱਖ ਕੇ ਗੁਰਸਿੱਖ ਹਾਜ਼ਰੀਆਂ ਭਰਦੇ ਨੇ, ਸੁਖਣਾ ਸੁਖਦੇ ਹੈ, ਉਹਨਾਂ ਦੀਆਂ ਕਾਮਨਾਵਾਂ ਸਤਿਗੁਰੂ ਜੀ ਪੂਰੀਆਂ ਕਰਦੇ ਹਨ, ਸ਼ਹੀਦ ਸਿੰਘ ਜੀ ਪੂਰੀਆਂ ਕਰਦੇ ਨੇ। ਇੱਥੇ ਵੀ ਕਹਿੰਦੇ ਜਿਹੜਾ ਕੋਈ ਸੁਖਣਾ ਸੁਖਦਾ ਬਾਬਾ ਗੁਰਬਖਸ਼ ਸਿੰਘ ਜੀ ਦੇ ਸ਼ਹੀਦੀ ਸਥਾਨ ਤੇ ਭਾਈ ਰਤਨ ਸਿੰਘ ਜੀ ਕਹਿੰਦੇ ਉਹਦੀ ਸੁਖਣਾ ਪੂਰੀ ਹੁੰਦੀ ਹੈ। ਐਸੀ ਕਲਾ ਉਸ ਜਗ੍ਹਾ ਹੋਈ, ਕਹਿੰਦੇ ਉਸ ਜਗ੍ਹਾ ਦੀ ਇਹੋ ਜੀ ਕਲਾ ਹੈ, ਸਾਰੇ ਜਗਤ ਵਿੱਚ ਪ੍ਰਗਟ ਹੈ। ਭੂਤ ਦਰਸ ਤੈ ਰਹੇ ਨਾ ਕੋਈ। ਆ ਬਹੁਤ ਸਾਰੇ ਲੋਕ ਕਹਿੰਦੇ ਆ ਸਾਨੂੰ ਜੀ ਭੂਤ ਪ੍ਰੇਤ ਸਤਾਉਂਦੇ ਆ। ਆ ਜੀ ਭੂਤਾਂ ਪ੍ਰੇਤਾਂ ਦੀਆਂ ਹਵਾਵਾਂ ਸਾਡੇ ਘਰ ਵਿੱਚ ਨੇ ਜੀ, ਅਸੀਂ ਬੜਿਆਂ ਬਾਬਿਆਂ ਕੋਲ ਜਾਂਦੇ ਆ, ਫਲਾਣੇ ਕੋਲ ਗਏ ਜੀ, ਅਮਕੇ ਕੋਲ ਗਏ, ਉਦਾਂ ਹੀ ਲੋਕ ਭਟਕਦੇ ਫਿਰਦੇ ਆ ਦਰ ਬਦਰ। ਭਾਈ ਰਤਨ ਸਿੰਘ ਜੀ ਕਹਿੰਦੇ ਜੇ ਕਿਸੇ ਨੂੰ ਮਨ 'ਚ ਭਰਮ ਹੋਵੇ ਕੋਈ ਇਦਾਂ ਦੀ ਭੂਤ ਪ੍ਰੇਤ ਦੀ ਬਿਰਤੀ ਰੱਖਣ ਵਾਲੇ ਵੀ ਸਾਨੂੰ ਸਤਾਉਂਦੇ ਐ, ਬਾਬਾ ਜੀ ਦੇ ਅਸਥਾਨ ਤੇ ਜਾ ਕੇ ਹਾਜ਼ਰੀ ਭਰੀਏ, ਉਹਨਾਂ ਦੇ ਘਰ ਵਿੱਚੋਂ ਇਹ ਕਲਾ ਕਲੇਸ਼ ਭੂਤਾਂ ਪ੍ਰੇਤਾਂ ਦੀ ਦੂਰ ਹੋ ਜਾਂਦੀ ਹੈ, ਚਲੀ ਜਾਂਦੀ ਹੈ। ਉਹਨਾਂ ਨੂੰ ਬਾਬਿਆਂ ਦੇ ਕੋਲ, ਪਖੰਡੀਆਂ ਦੇ ਕੋਲ ਨਹੀਂ ਜਾਣ ਦੀ ਲੋੜ, ਜਿਹੜੇ ਧਾਗੇ ਤਵੀਤ ਬਣਾ ਕੇ ਦੇਣ। ਉਹ ਭਾਈ ਬਾਬਾ ਗੁਰਬਖਸ਼ ਸਿੰਘ ਜੀ ਦੇ ਸਥਾਨ ਤੇ ਅਕਾਲ ਤਖਤ ਸਾਹਿਬ ਤੇ ਜਾ ਕੇ ਹਾਜ਼ਰੀਆਂ ਭਰੋ। ਭਾਈ ਰਤਨ ਸਿੰਘ ਜੀ ਕਹਿੰਦੇ ਉਹਨਾਂ ਨੂੰ ਭੂਤਾਂ ਪ੍ਰੇਤਾਂ ਦੇ ਦਰਸ਼ਨ ਨਹੀਂ ਹੋਣਗੇ। ਬਹੁਤ ਸਿੰਘ ਤੈ ਕੜਾ ਕਰਾਵੇ, ਕਹਿੰਦੇ ਬਹੁਤ ਸਾਰੇ ਸਿੰਘ, ਹੁਣ ਵੀ ਉੱਥੇ ਬਹੁਤ ਸਾਰੀ ਸੰਗਤ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਹਾਜ਼ਰ ਹੁੰਦੀ ਹੈ। ਮਨ ਇੱਛਤ ਸਭ ਹੀ ਫਲ ਪਾਵੇ, ਔਰ ਕੜਾ ਪ੍ਰਸ਼ਾਦ ਦੀ ਦੇਗ ਭੇਟਾ ਕਰਕੇ ਜੋ ਮਨ 'ਚ ਇੱਛਾ ਲੈ ਕੇ ਹਾਜ਼ਰ ਹੋ ਕੇ ਅਰਦਾਸ ਕਰਦੇ ਨੇ, ਸ਼ਹੀਦ ਸਿੰਘਾਂ ਦੇ ਸਥਾਨ ਤੇ ਅਰਦਾਸ ਕਰਕੇ ਉਹਨਾਂ ਨੂੰ ਮਨ ਇੱਛਤ ਕਾਮਨਾ ਦੀ ਪ੍ਰਾਪਤੀ ਹੁੰਦੀ ਹੈ, ਫਲ ਦੀ ਪ੍ਰਾਪਤੀ ਹੁੰਦੀ ਹੈ। ਆਗੇ ਸੁਨੋ ਔਰ ਪ੍ਰਸੰਗ, ਕਹਿੰਦੇ ਅੱਗੇ ਹੋਰ ਪ੍ਰਸੰਗ ਖਾਲਸਾ ਜੀ ਆਪ ਜੀ ਸਰਵਣ ਕਰੋ। ਪੜਤ ਸੁਣਤ ਚਿਤ ਲਾਗੇ ਰੰਗ, ਜਿਸ ਨੂੰ ਪੜ ਕੇ ਸੁਣ ਕੇ ਮਨ ਨੂੰ ਰੰਗ ਲੱਗ ਜਾਂਦਾ ਹੈ। ਜੇ ਕਥਾ ਪੜ੍ਹੀਏ ਤੇ ਸੁਣੀਏ, ਮਨ ਨੂੰ ਗੁਰੂ ਸਾਹਿਬ ਜੀ ਦੀ ਸਿੱਖੀ ਦਾ, ਸਤਿਗੁਰੂ ਜੀ ਦੀ ਭਗਤੀ ਦਾ, ਸਤਿਗੁਰੂ ਜੀ ਦੇ ਪ੍ਰੇਮ ਦਾ ਰੰਗ ਲੱਗ ਜਾਂਦਾ ਹੈ। ਜਿਹੜਾ ਇਸ ਕਥਾ ਨੂੰ ਪੜ੍ਹਦਾ ਤੇ ਸੁਣਦਾ ਹੈ। ਜਬ ਸਤਿਗੁਰ ਬਚ ਸਿੰਘ ਲਏ ਮਨ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਿੰਘਾਂ ਦੇ ਬਚਨ ਮੰਨ ਲਏ, ਤਬ ਹੀ ਪਇਓ ਖਾਲਸਾ ਧਨ, ਉਸੇ ਵਕਤ ਹੀ ਖਾਲਸਾ ਧਨ ਹੋ ਗਿਆ। ਦੋਹਰਾ ਗੁਰਬਖਸ਼ ਸਿੰਘ ਮਨ ਯੋ ਮਿਥੀ, ਅਬ ਰਹੀਏ ਸ਼ਹੀਦਨ ਪਾਸ। ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦੀ ਪਾ ਕੇ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਦਰਬਾਰ ਪੁੱਜੇ ਨਾ, ਬਾਕੀ ਸ਼ਹੀਦਾਂ ਕੋਲ, ਜਿੱਥੇ ਭਾਈ ਮਨੀ ਸਿੰਘ ਜੀ ਵਰਗੇ ਸ਼ਹੀਦ ਪਹਿਲਾਂ ਹੀ ਹਾਜ਼ਰ ਸਨ, ਬਾਬਾ ਗੁਰਬਖਸ਼ ਸਿੰਘ ਜੀ ਦੇ ਮਨ 'ਚ ਇਦਾਂ ਇੱਛਾ ਹੋਈ ਵੀ ਮੈਂ ਹੁਣ ਇਹਨਾਂ ਸ਼ਹੀਦਾਂ ਦੇ ਪਾਸ ਹੀ ਰਵਾਂ। ਜਿੱਥੇ ਆ ਮਹਾਰਾਜ ਜੀ ਦੇ ਬਾਕੀ ਸ਼ਹੀਦ ਸਿੰਘ ਸਤਿਗੁਰਾਂ ਕੋਲ ਰਹਿੰਦੇ ਐ, ਮੈਂ ਵੀ ਇਹਨਾਂ ਦੇ ਕੋਲ ਸਤਿਗੁਰਾਂ ਦੇ ਨਾਲ ਰਹਾ। ਠਾਂਡ ਪਿਓ ਕਰ ਜੋਰ ਟਿਗ, ਸਤਿਗੁਰ ਕਈ ਅਰਦਾਸ। ਬਾਬਾ ਗੁਰਬਖਸ਼ ਸਿੰਘ ਜੀ ਨੇ ਹੱਥ ਜੋੜ ਕੇ ਮਹਾਰਾਜ ਗੁਰੂ ਕਲਗੀਧਰ ਜੀ ਦੇ ਸਨਮੁਖ ਬੇਨਤੀ ਕੀਤੀ, ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ। ਜੋ ਪਈ ਅੱਗੇ ਸਤਿਗੁਰ ਤੇ ਜਾਣੀ ਜਾਣ, ਅਰਦਾਸ ਕੀਤੀ ਮਹਾਰਾਜ ਜੀ ਮੈਨੂੰ ਇੱਥੇ ਆਪਣੇ ਪਾਸ, ਸ਼ਹੀਦਾਂ ਦੇ ਪਾਸ, ਭਾਈ ਮਨੀ ਸਿੰਘ ਜੀ ਵਰਗੇ ਪਿਆਰਿਆਂ ਕੋਲ ਹੀ ਰੱਖੋ, ਭਾਈ ਤਾਰੂ ਸਿੰਘ ਜੀ ਵਰਗੇ ਇਹਨਾਂ ਸ਼ਹੀਦਾਂ ਦੀ ਸੰਗਤ 'ਚ ਰੱਖੋ ਮਹਾਰਾਜ।
ਜਾਣੀ ਜਾਣ ਸਤਿਗੁਰੂ ਜੀ ਜਾਣ ਗਏ ਕਿ ਬਾਬਾ ਗੁਰਬਖਸ਼ ਸਿੰਘ ਜੀ ਦੇ ਮਨ ਦੀ ਇਹ ਭਾਵਨਾ ਹੈ। ਹੋਏ ਕਿਰਪਾਲ ਗੁਰ ਕਯੋ ਵਖਾਣ। ਕਿਰਪਾ ਦੇ ਘਰ ਵਿੱਚ ਆ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ, ਖੁਸ਼ੀ ਅਸਾਡੀ ਪ੍ਰਤ ਸਿੰਘਨ ਆਏ। ਮਹਾਰਾਜ ਜੀ ਕਹਿਣ ਲੱਗੇ, ਸਾਡੀ ਖੁਸ਼ੀ ਹੈ ਇਹਦੇ ਵਿੱਚ, ਜਿਹੜੀ ਸਿੰਘਾਂ ਦੀ ਭਾਵਨਾ ਹੈ, ਸਿੰਘਾਂ ਦੀ ਇੱਛਾ ਮੁਤਾਬਕ ਸਾਡੀ ਖੁਸ਼ੀ ਹੈ। ਜਨਮ ਧਾਰੋ ਮਦ ਪੰਥ ਨਿਜ ਜਾਏ। ਤੁਸੀਂ ਮੇਰੇ ਪੰਥ ਵਿੱਚ ਜਾ ਕੇ ਫਿਰ ਜਨਮ ਲਵੋ ਗੁਰਬਖਸ਼ ਸਿੰਘ ਜੀ। ਬਾਕੀ ਸਿੰਘਾਂ ਦੀ ਇਹ ਵੀ ਇੱਛਾ ਹੈ ਕਿ ਤੁਸੀਂ ਮੇਰੇ ਪੰਥ ਵਿੱਚ, ਖਾਲਸੇ ਪੰਥ ਵਿੱਚ ਜਾ ਕੇ ਫੇਰ ਦੁਬਾਰਾ ਜਾ ਕੇ ਜਨਮ ਧਾਰਨ ਕਰੋ। ਪਗ ਧਰ ਅੱਗੇ ਸ਼ਹੀਦੀ ਜਿਨ ਪਾਈ। ਕਿਉਂਕਿ ਤੁਹਾਡੇ ਨਾਲ ਜਿਨ੍ਹਾਂ ਨੇ ਅੱਗੇ ਮੂਹਰੇ ਹੋ ਕੇ ਪੈਰ ਧਰ ਕੇ ਸ਼ਹੀਦੀ ਪਾਈ ਹੈ, ਤਿਤੋ ਹਜ਼ਾਰ ਫੌਜਦਾਰ ਬਣਵਾਈ। ਜਿੰਨੇ ਪੈਰ ਵੱਧ ਕੇ ਅੱਗੇ ਸ਼ਹੀਦੀਆਂ ਪਾਈਆਂ ਤੁਸੀਂ, ਮੈਂ ਉਹਨੇ ਹਜ਼ਾਰੀ ਜਰਨੈਲ ਦੀਆਂ ਫੌਜਾਂ ਦਾ ਮਾਲਕ ਤੁਹਾਨੂੰ ਜਰਨੈਲ ਬਣਾਉਣਾ ਗੁਰਬਖਸ਼ ਸਿੰਘ ਜੀ। ਜਿੰਨੇ ਕਦਮ ਵੱਧ ਕੇ ਜੰਗ ਦੇ ਮੈਦਾਨ 'ਚ ਸ਼ਹੀਦੀਆਂ ਪਾਈਆਂ ਹਨ, ਓਨੀਆਂ ਹੀ ਵੱਧ ਫੌਜਾਂ ਦੇ ਮਾਲਕ ਜਰਨੈਲ ਤੁਹਾਨੂੰ ਬਣਾਉਣਾ ਹੈ। ਤੂੰ ਸਭ ਹਨ ਮੈਂ ਹੋ ਸਰਦਾਰ। ਮੇਰੇ ਪੰਥ ਵਿੱਚ ਜਿੰਨੇ ਸਿੰਘ ਹੋਣਗੇ ਗੁਰਬਖਸ਼ ਸਿੰਘ ਜੀ, ਜਾਓ ਜਾ ਕੇ ਤੁਸੀਂ ਜਨਮ ਧਾਰੋ, ਔਰ ਜਿੰਨੇ ਪੰਥ ਵਿੱਚ ਸਿੰਘ ਹੋਣਗੇ ਉਹਨਾਂ ਵਿੱਚੋਂ ਤੁਸੀਂ ਮੁਖੀ ਸਰਦਾਰ ਹੋਵੋਗੇ, ਆਗੂ ਹੋਵੋਗੇ ਪੰਥ ਵਿੱਚ। ਪਇਓ ਸ਼ਹੀਦ ਜੋ ਗਿਲ ਜਨ ਮਾਰੇ। ਜਿਹੜੇ ਗਿਲਜਿਆਂ ਨੂੰ ਮਾਰ ਕੇ ਸਿੰਘ ਸ਼ਹੀਦ ਹੋਏ ਹਨ, ਤੋ ਸਰਬ ਸ਼ਹੀਦਨ ਫਰਮਾਇਸ਼ ਕਰੀ। ਉਹਨਾਂ ਸਾਰਿਆਂ ਨੇ ਫਰਮਾਇਸ਼ ਕੀਤੀ ਆ ਗੁਰਬਖਸ਼ ਸਿੰਘ ਤੇਰੀ ਕਿ ਗੁਰਬਖਸ਼ ਸਿੰਘ ਜੀ ਨੂੰ ਦੁਬਾਰਾ ਸੰਸਾਰ 'ਚ ਭੇਜੋ, ਇਹਨੂੰ ਰਾਜਿਆਂ ਦਾ ਰਾਜਾ, ਸ਼ਾਹਾਂ ਦਾ ਸ਼ਾਹ ਬਣਾ ਕੇ ਸੰਸਾਰ ਦੇ ਵਿੱਚ ਭੇਜੋ। ਭਾਈ ਗੁਰਬਖਸ਼ ਸਿੰਘ ਜੀ, ਜਿਹੜੇ ਤੁਹਾਡੇ ਨਾਲ ਹੋਰ ਸਿੰਘ ਸ਼ਹੀਦ ਹੋਏ ਨੇ ਨਾ ਗਿਲਜਿਆਂ ਨੂੰ ਮਾਰ ਕੇ, ਉਹ ਸਾਰੇ ਤੁਹਾਡੀ ਸਾਡੇ ਕੋਲ ਸਿਫਾਰਿਸ਼ ਕਰ ਰਹੇ ਨੇ। ਹਜ਼ੂਰ ਕਈ ਇਨ ਸਿਰ ਪਰ ਤਰੀ। ਜੋ ਇਹਨਾਂ ਨੇ ਕਹੀ ਹੈ ਮੇਰੇ ਪੰਥ ਨੇ, ਉਹ ਮੈਂ ਆਪਣੇ ਸਿਰ ਤੇ ਧਾਰੀ ਹੈ। ਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਕਿਹਾ, ਮਹਾਰਾਜ ਜੋ ਤੁਸੀਂ ਹੁਕਮ ਕਰਦੇ ਹੋ ਮੈਂ ਆਪਣੇ ਸੀਸ ਤੇ ਧਾਰਨ ਕਰਦਾ ਹੋ, ਮੈਨੂੰ ਪ੍ਰਵਾਨ ਹੈ। ਬਰਸ 12 ਇਹ ਰਹੇ ਹਜ਼ੂਰ। ਨਾਲ ਬਚਨ ਹੋਇਆ ਵੀ ਚਲੋ ਤੁਸੀਂ ਸਾਡੇ ਕੋਲ ਰਹਿਣ ਦਾ ਇੱਥੇ ਫੁਰਨਾ, 12 ਸਾਲ ਤੁਸੀਂ ਇੱਥੇ ਸਾਡੇ ਕੋਲ ਰਹੋਗੇ। 12 ਸਾਲ ਇਹ ਸੂਖਮ ਰੂਪ ਵਿੱਚ ਇਹਨਾਂ ਸ਼ਹੀਦਾਂ ਦੇ ਨਾਲ ਤੁਸੀਂ ਸਾਡੇ ਕੋਲ ਰਹੋਗੇ। ਖਾਲਸਾ ਜੀ ਅਗੰਮੀ ਮੰਡਲ ਦੀਆਂ ਬਾਤਾਂ ਨੇ। ਤਰਕਵਾਦੀ ਯੁੱਗ ਦੇ ਲੋਕ ਇਹਨਾਂ ਬਾਤਾਂ ਨੂੰ ਅਨੁਭਵ ਵਿੱਚ ਨਹੀਂ ਲਿਆ ਸਕਦੇ। ਉਹ ਸਥੂਲ ਪਦਾਰਥਾਂ ਦੀ ਸਮਝ ਰੱਖਦੇ ਆ, ਪਰ ਸੂਖਮ ਮੰਡਲ ਨੂੰ ਨਹੀਂ ਬੁੱਝ ਸਕਦੇ। ਤੋ ਮਹਾਰਾਜ ਜੀ ਕਹਿੰਦੇ 12 ਸਾਲ ਤੱਕ ਤੁਸੀਂ ਇੱਥੇ ਸਾਡੇ ਕੋਲ ਰਹੋਗੇ। ਤਾਰੇ ਪੰਥ ਜਾਏ ਜਨਮ ਜ਼ਰੂਰ। ਔਰ 12 ਕੁ ਸਾਲਾਂ ਬਾਅਦ ਜਾ ਕੇ ਤੁਸੀਂ ਪੰਥ ਵਿੱਚ ਜ਼ਰੂਰ ਜਨਮ ਧਾਰੋਗੇ, ਜ਼ਰੂਰ ਜਨਮ ਲਵੋਗੇ। ਹਜ਼ੂਰ ਪ੍ਰਥਮ ਜਿਨ ਕਹੀ ਪਾਤਸ਼ਾਹੀ। ਜਿਹੜੀ ਮਹਾਰਾਜ ਜੀ ਨੇ ਪਹਿਲਾਂ ਬਚਨ ਕਹੇ ਨੇ ਨਾ ਵੀ ਮੈਂ ਆਪਣੇ ਪੰਥ ਨੂੰ ਸਿੰਘਾਂ ਨੂੰ ਪਾਤਸ਼ਾਹੀ ਦੇਣੀ ਹੈ, ਉਹਨੇ ਉਮਰ ਅਬ ਪੁੰਚੀ ਨਾਹੀ। ਕਹਿੰਦੇ ਉਹਨਾਂ ਨੇ ਹਾਲੇ ਉਮਰ ਨਹੀਂ ਸੀ ਭੋਗੀ ਤੇ ਪਹਿਲਾਂ ਸ਼ਹੀਦੀਆਂ ਪਾ ਗਏ ਨੇ। ਬਰਸ 12 ਤੇ ਬਾਅਦ ਇਹ ਜਾਏ। ਕਹਿੰਦੇ 12 ਸਾਲਾਂ ਤੋਂ ਬਾਅਦ ਇਹ ਜਾਣਗੇ ਮਾਤ ਲੋਕ ਦੀ ਧਰਤੀ ਤੇ ਰਾਜ ਪ੍ਰਾਪਤ ਕਰਨਗੇ। ਲੀਵੇਂਗੇ ਵੈ ਬਚ ਪਹੁੰਚਾਏ। ਔਰ ਜਿਹੜੇ ਅਸੀਂ ਬਚਨ ਕੀਤੇ ਨੇ ਵੀ ਮੈਂ ਆਪਣੇ ਸਿੰਘਾਂ ਨੂੰ ਹੰਨੇ ਹੰਨੇ ਦੀ ਪਾਤਸ਼ਾਹੀ ਦੇਣੀ ਹੈ, ਮੇਰੇ ਬਚਨਾਂ ਦਾ ਉਹ ਫਲ ਉਹ ਜਾ ਕੇ ਭੋਗਣਗੇ ਸੰਸਾਰ ਵਿੱਚ ਜਨਮ ਲੈ ਕੇ। ਦੋਹਰਾ ਸ਼੍ਰੀ ਸਤਿਗੁਰ ਗੱਲ ਮੰਨ ਲਈ, ਰਲ ਕਹੀ ਸ਼ਹੀਦਨ ਜੋਏ। ਸਾਰੇ ਸ਼ਹੀਦ ਸਿੰਘਾਂ ਨੇ ਬਾਬਾ ਗੁਰਬਖਸ਼ ਸਿੰਘ ਜੀ ਦੇ ਬਾਬਤ ਜਿਹੜੀ ਬੇਨਤੀ ਕਲਗੀਧਰ ਜੀ ਨੂੰ ਕਹੀ, ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਉਹ ਬੇਨਤੀ ਸਵੀਕਾਰ ਕਰ ਲਈ, ਪ੍ਰਵਾਨ ਕਰ ਲਈ। ਨੈ ਸਿੱਖਨ ਤੇ ਗੁਰ ਜੁਦੋ, ਗੁਰ ਤੇ ਨੈ ਸਿੱਖ ਜੋਏ। ਮਹਾਰਾਜ ਜੀ ਕਹਿੰਦੇ ਆ ਗੁਰੂ ਤੋਂ ਸਿੱਖ ਜੁਦਾ ਨਹੀਂ ਤੇ ਸਿੱਖ ਗੁਰੂ ਤੋਂ ਜੁਦਾ ਨਹੀਂ, ਇੱਕੋ ਹੀ ਆ ਅਸੀਂ। ਗੁਰੂ ਤੋਂ ਸਿੱਖ ਜੁਦਾ ਨਹੀਂ ਔਰ ਸਿੱਖ ਗੁਰੂ ਤੋਂ ਜੁਦਾ ਨਹੀਂ। ਗੁਰੂ ਤੇ ਸਿੱਖ ਅਸੀਂ ਮਿਲੇ ਹੀ ਹੋਏ ਹਾਂ। ਜੇ ਜਨਮ ਲੈ ਕੇ ਜਾਣਗੇ ਮੁੜ ਕੇ ਫਿਰ ਮੇਰੇ ਵਿੱਚ ਹੀ ਆ ਕੇ ਭੇਦ ਹੋਣਗੇ। ਮਹਾਰਾਜ ਜੀ ਨੇ ਇਹ ਬਚਨ ਕਹੇ, ਚੌਪਈ
ਸਤਿਗੁਰ ਬਚਨ ਸੋ ਮਨ ਲਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਮੰਨ ਲਏ। ਤੋ ਸਿੰਘਨ ਦਿਲ ਫੂਲਤ ਪਏ। ਜਿੰਨੇ ਸਿੰਘ ਸਨ ਸ਼ਹੀਦ ਸਿੰਘ ਸਾਰੇ ਬੜੇ ਪ੍ਰਸੰਨ ਹੋਏ। ਹੁਣ ਗੁਰ ਬਖਸ਼ ਸਿੰਘ ਬਚਨ ਉਚਾਰਾ। ਬਾਬਾ ਗੁਰਬਖਸ਼ ਸਿੰਘ ਜੀ ਨੂੰ ਬੋਲੇ ਕਹਿਣ ਲੱਗੇ, ਅਮਰੋ ਹੁਕਮ ਕਬ ਮੰਨੇ ਪੰਥ ਸਾਰਾ। ਬਾਬਾ ਗੁਰਬਖਸ਼ ਸਿੰਘ ਜੀ ਨੇ ਆਖਿਆ, ਮਹਾਰਾਜ ਤੁਸੀਂ ਕਹਿੰਦੇ ਹੋ ਮੈਨੂੰ ਸਰਦਾਰ ਬਣਾ ਕੇ ਭੇਜਣਾ, ਇਹ ਪੰਥ ਸਾਰਾ ਮੇਰਾ ਬਚਨ ਕਿੱਥੇ ਮੰਨੇਗਾ? ਮੈਂ ਅਦਨਾ ਜਿਹਾ ਸੇਵਕ, ਨਿਮਾਣਾ ਜਿਹਾ। ਇਹ ਆਪ ਜੀ ਦਾ ਬਰਕਤਾਂ ਵਾਲਾ ਪੰਥ ਹੈ, ਖਾਲਸਾ ਪੰਥ। ਇਹ ਮੇਰਾ ਹੁਕਮ ਕਿੱਥੇ ਮੰਨੇਗਾ, ਮੇਰਾ ਬਚਨ ਕਿੱਥੇ ਮੰਨੇਗਾ? ਤੋ ਸਤਿਗੁਰ ਅਤ ਕਿਰਪਾ ਕਰੀ। ਫਿਰ ਸਤਿਗੁਰੂ ਜੀ ਕਿਰਪਾ ਦੇ ਘਰ ਵਿੱਚ ਆਏ ਤੇ ਬੋਲੇ, ਤੁਮ ਮੈਂ ਕਲਾ ਨਿਜੈ ਮਮ ਤਰੀ। ਮਹਾਰਾਜ ਜੀ ਕਹਿੰਦੇ, ਗੁਰਬਖਸ਼ ਸਿੰਘ ਜੀ ਤੁਹਾਡੇ 'ਚ ਮੈਂ ਆਪਣੀ ਕਲਾ ਧਰ ਦਿੱਤੀ ਹੈ, ਮੈਂ ਆਪਣੀ ਸ਼ਕਤੀ ਤੁਹਾਡੇ ਵਿੱਚ ਨਾਲ ਕਲਾ ਵਰਤਾ ਦਿੱਤੀ ਹੈ। ਜੋ ਹੰਨੇ ਹੰਨੇ ਕੀਏ ਤੇ ਪਾਤਸ਼ਾਹ, ਤੂੰ ਉਨ ਸ਼ਾਹਨ ਕੇ ਸਿਰ ਸ਼ਾਹ। ਪਾਤਸ਼ਾਹ ਕਹਿੰਦੇ ਜਿਹੜੇ ਮੈਂ ਹੰਨੇ ਦੇ ਪਾਤਸ਼ਾਹ ਬਣਾਏ ਆ ਆਪਣੇ ਸਿੰਘ ਧਰਤੀ ਤੇ, ਉਹਨਾਂ ਸਾਰੇ ਸ਼ਾਹਾਂ ਦਾ ਸ਼ਾਹ ਤੈਨੂੰ ਬਣਾ ਕੇ ਅਸੀਂ ਸੰਸਾਰ 'ਚ ਭੇਜਣਾ। ਤੂੰ ਸ਼ਾਹਨਸ਼ਾਹ ਹੋਵੇਂਗਾ, ਸਾਰਿਆਂ ਦਾ ਸ਼੍ਰੋਮਣੀ ਸ਼ਾਹ ਹੋਵੇਂਗਾ। ਤੋਏ ਅੱਗੇ ਸਭ ਦੀਨੇ ਡਾਰ। ਸਾਰੇ ਤੇਰੇ ਅਧੀਨ ਹੋ ਜਾਣਗੇ, ਐਸੀ ਕਲਾ ਮੈਂ ਤੈਨੂੰ ਦੇ ਕੇ ਭੇਜਾਂਗਾ। ਤੋਹੇ ਸੁਲਰੇ ਸੁਜਾਵੇਂ ਹਾਰ। ਜੇ ਕੋਈ ਤੇਰੇ ਨਾਲ ਲੜੇਗਾ ਵੀ ਨਾ, ਜਿਹੜਾ ਦੁਸ਼ਮਣ ਲੜੇਗਾ ਤੇਰੇ ਨਾਲ, ਵੈਰੀ ਲੜੇਗਾ, ਉਹ ਹਾਰ ਜਾਏਗਾ, ਤੇਰੇ ਸਾਹਮਣੇ ਕੋਈ ਜਿੱਤ ਨਹੀਂ ਸਕੇਗਾ। ਦੋਹਰਾ ਜਿਤ ਵੱਲ ਦ੍ਰਿਸ਼ਟ ਸੋ ਤੂੰ ਤਰੇ, ਉਸ ਕੋ ਹੋਏ ਵਿਨਾਸ਼। ਜਿਸ ਪਾਸੇ ਵੀ ਤੂੰ ਆਪਣੀ ਕਰੜੀ ਨਿਗਾਹ ਕਰਕੇ ਵੇਖੇਗਾ, ਬਸ ਉਹਦਾ ਵਿਨਾਸ਼ ਹੋ ਜਾਏਗਾ। ਇੰਨਾ ਪ੍ਰਤਾਪ ਤੈਨੂੰ ਦੇ ਕੇ ਭੇਜਾਂਗਾ। ਜਿਸ ਪਾਸੇ ਵੀ ਵੇਖੇਗਾ, ਤੇਰੀ ਵੇਖਣ ਦੀ ਬਸ ਕਰੂਰ ਦ੍ਰਿਸ਼ਟੀ ਕਰਕੇ ਹੀ ਵੇਖੇਗਾ ਤੇ ਉਹਦਾ ਵਿਨਾਸ਼ ਹੋ ਜਾਏਗਾ। ਲੜੇ ਅੜੇ ਆਕੀ ਪਵੇ, ਹਾਰ ਆਵੇ ਤੋਏ ਪਾਸ। ਜਿਹੜਾ ਤੇਰੇ ਸਾਹਮਣੇ ਲੜੇਗਾ, ਅੜੇਗਾ, ਕੀ ਹੋਵੇਗਾ, ਉਹ ਅਖੀਰ ਨੂੰ ਹਾਰ ਕੇ ਤੇਰੇ ਕੋਲ ਆਵੇਗਾ, ਤੇਰੇ ਪਾਸ। ਚੋਪਈ ਤੋ ਸਤਿਗੁਰ ਸਿੰਘ ਬਚਨ ਉਚਾਰਾ। ਮਹਾਰਾਜ ਜੀ ਫਿਰ ਬਚਨ ਸਿੰਘ ਬੋਲੇ ਕਹਿਣ ਲੱਗੇ, ਧਰੋ ਜਨਮ ਮੈਂ ਕਹਿ ਘਰ ਬਾਰਾ। ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ, ਮਹਾਰਾਜ ਮੇਰਾ ਜਨਮ ਕਿਹਦੇ ਘਰ ਹੋਣਾ, ਇਹ ਵੀ ਕਿਰਪਾ ਕਰਕੇ ਦੱਸ ਦਿਓ। ਕਿਸ ਦੇ ਘਰ ਬਾਰ ਵਿੱਚ ਮੇਰਾ ਜਨਮ ਹੋਵੇਗਾ? ਸਤਿਗੁਰ ਕਹਿਓ ਜੋ ਹੋਏ ਨਰ ਸੂਰਾ। ਮਹਾਰਾਜ ਜੀ ਕਹਿੰਦੇ, ਜਿਹੜਾ ਸੂਰਾ ਨਰ ਹੋਵੇਗਾ, ਮੇਰੇ ਪੰਥ ਵਿੱਚ ਸੂਰਮਾ ਨਰ ਹੋਵੇਗਾ। ਲਰ ਗਿਲ ਜਨ ਸੋ ਹੋਏ ਨਾ ਕੂਰਾ। ਜਿਹੜਾ ਗਿਲਜਿਆਂ ਨਾਲ ਲੜ ਕੇ ਝੂਠਾ ਸਾਬਤ ਨਹੀਂ ਹੋਵੇਗਾ। ਜਿਸੇ ਸ਼ਾਦੀ ਪੰਥ ਸਭ ਪਰੈ। ਜਿਹਦੀ ਸ਼ਾਦੀ ਸਾਰਾ ਪੰਥ ਭਰੇਗਾ, ਤੇ ਜਿਸ ਨੂੰ ਪੰਥ ਨੇ ਵਰ ਦਿੱਤੇ ਹੈ ਕਿ ਤੇਰੀ ਕੁੱਲ 'ਚ ਮੁਲਤਾਨ ਦਾ ਰਾਜ ਹੋਵੇਗਾ, ਤੈਨੂੰ ਪਿਸ਼ਾਵਰ ਦਾ ਰਾਜ। ਵੱਡੇ ਘੱਲੂ ਘਾਰੇ 'ਚ ਬਚਨ ਹੋਏ ਨੇ ਨਾ ਪੰਥ ਦੇ, ਤੇ ਬਚਨ ਕਿਹਨੂੰ ਕੀਤੇ ਨੇ ਪੰਥ ਨੇ? ਚੜ੍ਹਤ ਸਿੰਘ ਸ਼ੁਕਰ ਚੱਕੀਏ ਨੂੰ। ਤੇ ਮਹਾਰਾਜ ਜੀ ਕਹਿੰਦੇ ਉਹਦੇ ਘਰ ਮਾਂ ਸਿੰਘ ਦਾ ਜਨਮ ਹੋ ਗਿਆ। ਉਹ ਵੀ ਗਿਲਜਿਆਂ ਨੂੰ ਮਾਰਨ ਵਾਲਾ ਵੱਡਾ ਯੋਧਾ, ਇਸ਼ਾਰਾ ਕਰ ਰਹੇ ਨੇ। ਉਹਦੇ ਘਰ ਜਾ ਕੇ ਤੂੰ ਜਨਮ ਲਵੇਂਗਾ, ਯਾਨੀ ਕਿ ਸ਼ੇਰੇ ਪੰਜਾਬ ਰਣਜੀਤ ਸਿੰਘ ਬਣ ਕੇ। ਖਾਲਸਾ ਜੀ, ਇਹ ਇਤਿਹਾਸ ਦੇ ਗ੍ਰੰਥਾਂ ਦੇ ਵਿੱਚ ਜਿਹੜੇ ਐਸੇ ਬਚਨ ਨੇ ਅਨੁਭਵ ਰੂਪ ਚੋਂ ਪ੍ਰਗਟ ਹੁੰਦੇ ਆ। ਇਹ ਚਿੰਤਨ ਚੋਂ, ਅਨੁਭਵ ਚੋਂ ਆਉਂਦੇ ਆ। ਇਹ ਕਿਸੇ ਲਿਖਤ ਵਿੱਚੋਂ ਨਹੀਂ ਮਿਲਣਗੇ, ਕਿਸੇ ਹਵਾਲੇ ਚੋਂ ਨਹੀਂ ਮਿਲਣਗੇ, ਇਹ ਅਨੁਭਵ ਚੋਂ ਆਉਂਦੇ। ਭਾਈ ਰਤਨ ਸਿੰਘ ਜੀ ਦੇ ਅਨੁਭਵ ਵਿੱਚੋਂ ਇਹ ਆਇਆ ਹੈ ਬਚਨ। ਅੱਗੇ ਜਾ ਕੇ ਬਚਨ ਕਹਿਣਗੇ ਕਿ ਕਲਗੀਧਰ ਜੀ ਨੇ ਆਖਿਆ, ਜੋ ਸੂਰਾ ਨਰ ਹੋਵੇਗਾ ਗਿਲਜਿਆਂ ਨੂੰ ਮਾਰ ਕੇ, ਜਿਹੜਾ ਰਣ ਭੂਮੀ ਦੇ ਵਿੱਚ ਸੂਰਮਤਾਈ ਵਿਖਾਵੇਗਾ, ਔਰ ਜਿਸ ਦੀ ਸ਼ਾਦੀ ਸਾਰਾ ਪੰਥ ਭਰੇਗਾ, ਸਾਰਾ ਪੰਥ ਜਿਸ ਨੂੰ ਬਖਸ਼ਿਸ਼ਾਂ ਦੇ ਕੇ ਨਵਾਜੇਗਾ।
ਜੋ ਦੁਸ਼ਟਨ ਸੋ ਜੁਦੋਂ ਨ ਟਰੇ। ਜਿਹੜਾ ਜੰਗ ਦੇ ਮੈਦਾਨ 'ਚ ਦੁਸ਼ਟਾਂ ਨਾਲ ਲੜਦਿਆਂ ਯੁੱਧ ਤੋਂ ਨਹੀਂ ਟਲੇਗਾ। ਜੇ ਪੰਥੈ ਹਿਤ ਸਰੀਰ ਚੈ ਲਾਇਆ। ਜਿਹੜਾ ਪੰਥ ਵਾਸਤੇ ਆਪਣਾ ਸਰੀਰ ਲੇਖੇ ਲਾ ਦੇਵੇਗਾ। ਜਿਨ ਪੰਥੈ ਹਿਤ ਪਰ ਸਵਾਰਥ ਕਮਾਇਆ। ਜਿਹੜਾ ਪੰਥ ਵਾਸਤੇ ਖਾਲਸੇ ਵਾਸਤੇ ਪਰਉਪਕਾਰ ਕਮਾਵੇਗਾ। ਜੋ ਸਤਿਗੁਰ ਪੁੱਛ ਲਏ ਮੁਰੀਦ। ਜਿਹੜਾ ਸਤਿਗੁਰੂ ਜੀ ਦੇ ਮੁਰੀਦਾਂ ਤੇ ਸੇਵਕਾਂ ਨੂੰ ਪੁੱਛੇਗਾ। ਕੱਲੂ ਕਾਰੇ ਜੋ ਭਏ ਸ਼ਹੀਦ। ਜਿਹੜੇ ਘੱਲੂ ਘਾਰੇ ਵਿੱਚ ਸ਼ਹੀਦ ਹੋਏ ਨੇ ਉਹ ਵੀ ਕੋਲੋਂ ਕਹਿ ਰਹੇ, ਹਾਂ ਮਹਾਰਾਜ ਚੜ੍ਹਤ ਸਿੰਘ ਦੇ ਘਰ ਭੇਜੋ ਇਹਨਾਂ ਨੂੰ। ਜਿਹੜੇ ਘੱਲੂ ਘਾਰੇ 'ਚ ਸ਼ਹੀਦ ਉਹ ਵੀ ਮਹਾਰਾਜ ਜੀ ਦੇ ਚਰਨਾਂ 'ਚ ਸਿਫਾਰਿਸ਼ ਕਰਦੇ, ਹਾਂ ਮਹਾਰਾਜ ਚੜ੍ਹਤ ਸਿੰਘ ਨੇ ਬੜੀ ਸੇਵਾ ਕੀਤੀ ਹੈ ਪੰਥ ਦੀ, ਉਹਦੇ ਘਰ ਭੇਜੋ ਬਾਬਾ ਗੁਰਬਖਸ਼ ਸਿੰਘ ਜੀ ਹੋਣਾ ਨੂੰ। ਇਹ ਰਾਜ ਕਰਨ, ਇਹ ਸ਼ਾਹਾਂ ਦੇ ਸ਼ਾਹ ਸਦੀਨ, ਇਹਨਾਂ ਦਾ ਰਾਜ ਉਹ ਕਾਬਲ ਕਧਾਰ ਦੀਆਂ ਕੰਧਾਂ ਤੱਕ ਹੋਵੇ। ਅਫਗਾਨਿਸਤਾਨ ਦੇ ਵਿੱਚ ਵੀ ਇਹਨਾਂ ਦੇ ਰਾਜ ਖਾਲਸੇ ਪੰਥ ਦੇ ਨਿਸ਼ਾਨ ਉਹ ਝੂਲਣ ਮਹਾਰਾਜ ਜੀ ਇਹ ਬਖਸ਼ਾਂ ਦੇ ਕੇ ਭੇਜੋ। ਸਭ ਹਿਨ ਨਾਮ ਚੜ੍ਹਤ ਸਿੰਘ ਕੋ ਲਿਓ। ਮਹਾਰਾਜ ਜੀ ਨੇ ਤੇ ਇਸ਼ਾਰਾ ਹੀ ਕੀਤਾ ਸੀ। ਜਿਹੜੇ ਲਾਗੇ ਬੈਠੇ, ਮਹਾਰਾਜ ਜੀ ਤੁਸੀਂ ਚੜ੍ਹਤ ਸਿੰਘ ਦੀ ਗੱਲ ਕਰਦੇ ਹੋ? ਕੋਲੋਂ ਕਹਿੰਦੇ ਸਿੰਘ ਬਾਜਾ ਵਾਲੇ ਸਾਹਿਬ ਜੀ ਤੁਸੀਂ ਚੜ੍ਹਤ ਸਿੰਘ ਦੀ ਬਾਤ ਕਰਦੇ ਹੋ? ਹਾਂ, ਬਾਬਾ ਗੁਰਬਖਸ਼ ਸਿੰਘ ਜੀ ਜੈਸੇ ਮਹਾਨ ਯੋਧੇ ਚੜ੍ਹਤ ਸਿੰਘ ਵਰਗਿਆਂ ਦੇ ਘਰ ਹੀ ਜੰਮਣੇ ਚਾਹੀਦੇ ਹਨ। ਸਤਿਗੁਰ ਬਚਨ ਉਸੇ ਕਰ ਦਿਓ। ਮਹਾਰਾਜ ਜੀ ਨੇ ਬਚਨ ਕੀਤਾ, ਕਹਿੰਦੇ ਹਾਂ ਖਾਲਸਾ ਜੀ ਤੁਹਾਡੇ ਵੀ ਸਾਰਿਆਂ ਦਾ ਇਹੀ ਸੰਕਲਪ ਹੈ। ਫਿਰ ਪੰਥ ਨੇ ਵਰ ਦਿੱਤੇ ਨੇ ਚੜ੍ਹਤ ਸਿੰਘ ਨੂੰ ਵੱਡੇ ਘੱਲੂ ਘਾਰੇ ਵਿੱਚ, ਉਹ ਵਰ ਹੁਣ ਪੂਰੇ ਹੋਣਗੇ। 12 ਸਾਲ ਤੱਕ ਬਾਬਾ ਗੁਰਬਖਸ਼ ਸਿੰਘ ਜੀ ਇੱਥੇ ਰਹਿਣਗੇ ਸਾਡੇ ਕੋਲ, ਔਰ ਉਸ ਤੋਂ ਬਾਅਦ ਜਾ ਕੇ ਫਿਰ ਇਹ ਧਰਤੀ ਤੇ ਮਾਂ ਸਿੰਘ ਦੇ ਘਰ ਜਾ ਕੇ ਜਨਮ ਲੈਣਗੇ। ਸਹੀ 18-22 ਸਾਲ। ਕਹਿੰਦੇ ਇਹ ਸਾਲ ਸੀ 1822 ਸੰਮਤ ਬਿਕਰਮੀ ਦਾ। ਬੀਤੇ ਬਿਕਰਮ ਸਾਲ ਨਿਰਪਾਲ। ਕਹਿੰਦੇ ਬਿਕਰਮੀ ਸੰਮਤ ਦੇ ਸਾਲ ਬੀਤੇ ਸਨ 1822। ਰਤਨ ਸਿੰਘ ਯੋ ਸਾਖੀ ਕਹੀ। ਕਿਛ ਸੁਨ ਕੇ ਕਿਛ ਅਨੁਭਵ ਲਹੀ। ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਜੀ ਕਹਿੰਦੇ ਇਹ ਬਾਬਾ ਗੁਰਬਖਸ਼ ਸਿੰਘ ਜੀ ਦੀ ਸ਼ਹੀਦੀ ਹੋਈ ਆ 22 ਵਿੱਚ 1822 ਵਿੱਚ। ਕਹਿੰਦੇ ਜੋ ਕੁਝ ਮੈਂ ਆਪਣੇ ਬਜ਼ੁਰਗਾਂ ਕੋਲੋਂ ਸੁਣੀ ਸੀ ਉਹ ਲਿਖੀ ਹੈ, ਕੁਝ ਮੇਰੇ ਅਨੁਭਵ ਵਿੱਚ ਆਈ। ਭਾਈ ਸਾਹਿਬ ਕਹਿੰਦੇ ਜੋ ਮੈਂ ਸੋਚਿਆ, ਕਿਉਂਕਿ ਆਪਣਾ ਵੀ ਤਾਂ ਵਿਊ ਹੁੰਦਾ ਨਾ, ਦ੍ਰਿਸ਼ਟੀਕੋਣ ਤੇ ਆਪਣਾ ਵੀ ਹੁੰਦਾ, ਨਜ਼ਰੀਆ ਤੇ ਆਪਣਾ ਵੀ ਹੁੰਦਾ। ਭਾਈ ਸਾਹਿਬ ਭਾਈ ਰਤਨ ਸਿੰਘ ਕਹਿੰਦੇ ਕੁਝ ਮੈਂ ਆਪਣੇ ਅਨੁਭਵ ਚੋਂ ਜੋ ਮੈਂ ਮਾਣਿਆ ਆਪਣੇ ਅਨੁਭਵ ਵਿੱਚ ਉਹ ਮੈਂ ਲਿਖਿਆ ਹੈ। ਦੋਹਰਾ ਸਿਮਰਤ ਸ਼ਾਸਤਰ ਵੇਦ ਸਭ ਏ ਕੰਚਨ ਕੇ ਚੇਰ। ਕਹਿੰਦੇ ਸਿਮਰਤੀਆਂ ਸ਼ਾਸਤਰ ਵੇਦ ਉਹਨਾਂ ਦਾ ਜਿਹੜਾ ਗਿਆਨ ਹੈ ਨਾ ਇਹ ਸੋਨੇ ਦੇ ਚੇਰ ਨੇ। ਸੋਨੇ ਦੇ ਚੇਰ ਦਾ ਮਤਲਬ ਹੈ ਵੀ ਇਹ ਸੋਨੇ ਸਮਾਨ ਕਹਿ ਲੋ, ਸਵਰਨ ਹੈ, ਸੋਨਾ ਹੈ। ਜਿਹੜਾ ਸਿਮਰਤੀਆਂ ਸ਼ਾਸਤਰਾਂ ਧਰਮ ਗ੍ਰੰਥਾਂ 'ਚ ਗਿਆਨ ਹੈ ਉਹ ਮਹਾਂਪੁਰਸ਼ਾਂ ਦਾ ਗਿਆਨ, ਸਾਧੂਆਂ ਦਾ ਗਿਆਨ ਜੋ ਉਹਨਾਂ ਨੇ ਉਚਾਰਿਆ ਲਿਖਿਆ ਗਿਆ, ਕਹਿੰਦੇ ਉਹ ਸੋਨੇ ਦੇ ਸਮਾਨ ਸਮਝ ਲਓ। ਹਾਂਜੀ, ਅਨੁਭਵ ਪਾਰਸ ਕੀ ਕਨੀ ਤਾਂ ਮੈਂ ਲੱਖ ਸੁਮੇਰ। ਕਹਿੰਦੇ ਜਿਹੜਾ ਅਨੁਭਵ ਹੁੰਦਾ ਨਾ ਉਹ ਪਾਰਸ ਦੀ ਕਣੀ ਦੇ ਸਮਾਨ ਹੁੰਦਾ ਜਿਹੜਾ ਕਿਸੇ ਵੀ ਧਾਤ ਨੂੰ ਸੋਨਾ ਬਣਾ ਸਕਦਾ ਹੈ। ਉਹਦੇ ਚ ਕਰੋੜਾਂ ਸੁਮੇਰ ਨੇ, ਉਹ ਭਾਵੇਂ ਸੁਮੇਰਾਂ ਦੇ ਸੁਮੇਰ ਸੋਨੇ ਦੇ ਬਣਾ ਲਵੇ। ਪਾਰਸ ਦੀ ਜਿਹੜੀ ਕਣੀ ਹੁੰਦੀ ਹੈ ਪੱਥਰ ਹੁੰਦਾ, ਤੇ ਬਾਕੀ ਧਰਮ ਗ੍ਰੰਥਾਂ ਸ਼ਾਸਤਰਾਂ ਵਿੱਚ ਜਿਹੜਾ ਗਿਆਨ ਕਹਿੰਦੇ ਉਹਦਾ ਸੋਨਾ ਹੈ। ਪਰ ਅਨੁਭਵ ਵਿੱਚੋਂ ਜੋ ਉਤਪੰਨ ਹੁੰਦਾ ਹੈ, ਜੋ ਗਿਆਨ ਉਤਪੰਨ ਹੁੰਦਾ ਆਪਣੇ ਅਨੁਭਵ ਪ੍ਰਕਾਸ਼ ਵਿੱਚ, ਉਹ ਪਾਰਸ ਦੀ ਕਣੀ ਹੈ ਜਿਹੜਾ ਸੋਨੇ ਦੇ ਸੁਮੇਰਾਂ ਦੇ ਸੁਮੇਰ ਤਿਆਰ ਕਰ ਸਕਦਾ। ਮਹਾਂਪੁਰਸ਼ ਕਹਿੰਦੇ ਹੈ ਕਿ ਆਪਣਾ ਅਨੁਭਵ ਜੋ ਤੁਸੀਂ ਅਧਿਆਤਮਕ ਜਗਤ ਦੇ ਰੂਪ ਵਿੱਚ ਆਪਣੇ ਅੰਦਰ ਮਾਣਿਆ ਉਹ ਤੁਸੀਂ ਪ੍ਰਗਟ ਕਰਕੇ ਕਿਸੇ ਨੂੰ ਸਰਵਣ ਕਰਾਉਂਦੇ ਹੋ। ਏਦਾਂ ਸਮਝ ਲਓ ਕਿ ਉਹ ਤੁਹਾਨੂੰ ਆਪਣੇ ਕਲੇਜੇ ਦੀ ਰੱਤ ਕੱਢ ਕੇ ਪਿਆਲੇ 'ਚ ਪਾ ਕੇ ਭੇਟ ਕਰ ਰਿਹਾ ਵੀ ਲਓ ਜੀ ਇਹ ਮਾਣੋ। ਬੜਾ ਔਖਾ ਹੈ, ਪਰ ਮਹਾਂਪੁਰਸ਼ ਮਹਾਤਮਾ ਸਾਧੂ
ਆਪਣਾ ਅਨੁਭਵ ਤਾਂ ਸਾਂਝਾ ਕਰਦੇ ਹਨ ਕਿ ਜਿਹੜੇ ਜਗਿਆਸੂ ਨੇ ਉਹਨਾਂ ਤੋਂ ਪ੍ਰੇਰਨਾ ਲੈ ਕੇ, ਉਸ ਅਨੁਭਵ ਤੋਂ ਪ੍ਰੇਰਨਾ ਲੈ ਕੇ ਅੱਗੇ ਚੱਲ ਸਕਣ। ਤੋ ਅਨੁਭਵ ਦਾ ਜਿਹੜਾ ਗਿਆਨ ਜੋ ਤੁਸੀਂ ਆਪ ਅਨੁਭਵ ਕੀਤਾ ਨਾ, ਉਹ ਤੁਸੀਂ ਕਿਤਾਬ ਚੋਂ ਪੜ੍ਹ ਕੇ ਨਹੀਂ ਅਨੁਭਵ ਕਰ ਸਕਦੇ। ਇੱਕ ਕਿਤਾਬ ਦੇ ਵਿੱਚ ਪੜ੍ਹਿਆ ਹੋਵੇ, ਇੱਕ ਪ੍ਰੈਕਟੀਕਲ ਕੀਤਾ ਹੋਵੇ, ਉਹਦੇ 'ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਕੱਲੀ ਥਿਊਰੀ ਬੱਚਿਆਂ ਨੂੰ ਪੜ੍ਹਾ ਦਿੱਤੀ ਜਾਏ, ਜੇ ਉਹਨਾਂ ਨੂੰ ਪ੍ਰੈਕਟੀਕਲੀ ਰੂਪ 'ਚ ਮਸ਼ੀਨ ਵਿਖਾਈ ਨਹੀਂ, ਇੰਜੀਨੀਅਰਿੰਗ ਕਰਦੇ ਨੇ ਕਿਤਾਬਾਂ 'ਚ ਪੜ੍ਹ ਲੈਣ, ਪਰ ਜੇ ਉਹਨਾਂ ਨੂੰ ਪਲਾਸ ਫੜਾ ਕੇ ਜਾਂ ਔਜ਼ਾਰ ਫੜਾ ਕੇ ਮਸ਼ੀਨ ਖੋਲਣ ਹੀ ਨਹੀਂ ਲਾਵਣਗੇ ਤਾਂ ਉਹ ਪੜ੍ਹਿਆ ਹੋਇਆ ਤਾਂ ਕਿਸੇ ਕੰਮ ਨਹੀਂ ਆਉਣਾ, ਜਦੋਂ ਪ੍ਰੈਕਟੀਕਲੀ ਰੂਪ ਵਿੱਚ ਹੀ ਨਹੀਂ ਉਹ ਵਰਤਣਗੇ। ਇਸੇ ਤਰ੍ਹਾਂ ਜਿਹੜਾ ਅਨੁਭਵ ਹੈ ਨਾ, ਉਹ ਪ੍ਰੈਕਟੀਕਲ ਹੈ, ਉਹ ਤੁਹਾਡਾ ਆਪਣਾ ਅਨੁਭਵ ਹੈ। ਉਹ ਤੁਸੀਂ ਦਾਅਵੇ ਨਾਲ ਕਹਿ ਸਕਦੇ ਹੋ, ਹਾਂ ਜੀ ਮੈਂ ਇਹ ਕਰਕੇ ਵੇਖਿਆ, ਮੈਂ ਇਕੱਲਾ ਸੁਣਿਆ ਨਹੀਂ ਹੈ, ਮੈਂ ਖੁਦ ਕੀਤਾ ਹੋਇਆ ਇਹ ਕੰਮ, ਮੇਰੇ ਅਨੁਭਵ ਵਿੱਚ ਆ ਇਹ, ਮੈਂ ਜਾਣਦਾ ਇਹ ਜਿਹੜਾ ਪਦਾਰਥ ਤੁਸੀਂ ਖਾ ਰਹੇ ਹੋ ਨਾ, ਮੈਂ ਕੇਵਲ ਇਹਦੇ ਬਾਰੇ ਸੁਣਿਆ ਨਹੀਂ, ਮੈਂ ਖੁਦ ਖਾ ਕੇ ਵੇਖਿਆ, ਇਹਦੇ 'ਚ ਆਹ ਖਟਾਸ ਹੈ, ਇਹਨੂੰ ਖਾਣ ਨਾਲ ਆਹ ਹੁੰਦਾ ਹੈ, ਆਹ ਨੁਕਸਾਨ ਹੁੰਦਾ, ਆਹ ਫਾਇਦਾ ਹੁੰਦਾ। ਕੇਵਲ ਸੁਣਾ ਕੇ, ਮੈਂ ਆਪ ਅਨੁਭਵ ਕੀਤਾ ਹੋਇਆ ਹੈ। ਉਹ ਤੁਸੀਂ ਬੜੀ ਦਾਅਵੇ ਨਾਲ ਕਹਿੰਦੇ ਹੋ ਗੱਲ ਜਿਹੜੀ ਤੁਹਾਡੇ ਅਨੁਭਵ 'ਚ ਹੋਵੇ। ਜਿਹੜੀ ਅਨੁਭਵ 'ਚ ਨਾ ਹੋਵੇ ਕਹਿੰਦੇ ਜੀ ਸੁਣਿਆ ਜੀ, ਕੋਈ ਕਹਿੰਦੇ ਨੇ ਜੀ ਇਦਾਂ ਹੁੰਦਾ। ਜਿਹੜੀ ਤੁਸੀਂ ਆਪ ਕੀਤੀ ਹੋਵੇ, ਹੰਡਾਈ ਹੋਵੇ, ਨਾ ਮਹਾਰਾਜ ਮੈਂ ਆਪ ਇਹ ਕਰਕੇ ਵੇਖਿਆ, ਉਹ ਤੁਹਾਡੇ ਅਨੁਭਵ ਦਾ ਪ੍ਰਕਾਸ਼। ਭਾਈ ਸਾਹਿਬ ਕਹਿੰਦੇ ਜੋ ਮੇਰੇ ਅਨੁਭਵ ਵਿੱਚ ਆਇਆ, ਕਿਉਂਕਿ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਸਮੇਂ ਹੀ ਇਹ ਕਥਾ ਲਿਖੀ ਜਾ ਰਹੀ ਹੈ ਭਾਈ ਰਤਨ ਸਿੰਘ ਹੋਣਾ ਪਾਸੋਂ, ਉਸੇ ਸਮੇਂ ਲਿਖਿਆ ਜਾ ਰਿਹਾ ਇਤਿਹਾਸ। ਇਸ ਕਰਕੇ ਉਹਨਾਂ ਤੋਂ ਵੀ ਕੁਝ ਸਮਾਂ ਪਹਿਲਾਂ ਉਹਨਾਂ ਨੇ ਜੋ ਅਨੁਭਵ ਕੀਤਾ ਹੈ ਕਿ ਬਾਬਾ ਗੁਰਬਖਸ਼ ਸਿੰਘ ਜੀ ਨੂੰ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਭੇਜਿਆ, ਤੋ ਇਹ ਭਾਈ ਰਤਨ ਸਿੰਘ ਦੇ ਆਪਣੇ ਨਿੱਜੀ ਖਿਆਲਾਤ ਨੇ, ਉਹਨਾਂ ਦੇ ਉਹ ਥੋਪ ਨਹੀਂ ਰਹੇ ਪੰਥ ਦੇ ਉੱਤੇ ਵੀ ਹਾਂ ਇਹੀ ਹੈ। ਕਹਿੰਦੇ ਮੈਂ ਇਹ ਅਨੁਭਵ ਕੀਤਾ ਹੈ, ਮੈਂ ਆਪਣੇ ਅੰਦਰ ਇਹ ਮਾਣਿਆ। ਹਾਂਜੀ, दोहरा तो माली ने हम कयो आगे मोए सुनाए। ਇਹ ਕਥਾ ਭਾਈ ਰਤਨ ਸਿੰਘ ਜੀ ਸੁਣਾ ਰਹੇ ਸਨ ਕੈਪਟਨ ਮਰੇ ਨੂੰ। ਪਿੱਛੇ ਜਦੋਂ ਤੁਸੀਂ ਸੁਣੀ ਆਰੰਭ ਕੀਤੀ ਸੀ ਕਥਾ, 9 ਜੂਨ ਵਾਲੇ ਦਿਨ ਇਹ ਕਥਾ ਆਰੰਭ ਕੀਤੀ ਆਪਾਂ ਗੁਰੂ ਚਰਨਾਂ ਚ ਅਰਦਾਸ ਕਰਕੇ। ਅਗਲੇ ਹਫਤੇ, ਇਸੇ ਹਫਤੇ ਹੀ ਆਪਾਂ ਤਰੀਕ ਬਣਾਵਾਂਗੇ, ਹਾਲੇ ਤਾਂ ਇਹ ਸਮਾਪਤੀ ਕਰਾਂਗੇ ਕਥਾ ਦੀ। ਕੈਪਟਨ ਮਰੇ, ਕਿਉਂਕਿ ਉਹ ਇਤਿਹਾਸ ਲਿਖਾ ਰਿਹਾ। ਸਰ ਡੇਵਿਡ ਆਕਟਰ ਲੋਨੀ ਨੇ ਕਿਹਾ ਸੀ ਉਹਨੂੰ ਵੀ ਪੰਥ ਦਾ ਇਤਿਹਾਸ ਲਿਖਾ। ਤੋ ਕੈਪਟਨ ਮਰੇ ਦੀ ਡਿਊਟੀ ਲੱਗੀ ਸੀ ਲੁਧਿਆਣੇ ਚ, ਉਹਨੇ ਬੂਟੇ ਸ਼ਾਹ ਮੌਲਵੀ ਦਾ, ਉਹ ਪਿੱਛੇ ਆਪ ਜੀ ਦੇ ਸੁਣਿਆ ਹੀ ਹੈ ਸਾਰਾ ਪ੍ਰਸੰਗ। ਤੇ ਕੈਪਟਨ ਮਰੇ ਸੁਣ ਰਿਹਾ ਰਤਨ ਸਿੰਘ ਕੋਲੋਂ, ਸੁਣ ਕੇ ਪੁੱਛਦਾ ਹੈ कहाँ गयो जाए क्या कियो फिरियो कहाँ ते शाह। ਕਹਿਣ ਲੱਗੇ ਰਤਨ ਸਿੰਘ ਜੀ, ਜਿਹੜਾ ਉਹ ਅਹਿਮਦ ਸ਼ਾਹ ਆਇਆ ਬਾਬੇ ਗੁਰਬਖਸ਼ ਸਿੰਘ ਹੁਣਾਂ ਨੂੰ ਜਦੋਂ ਸ਼ਹੀਦ ਹੋ ਗਏ, ਫਿਰ ਉਹ ਕਿੱਧਰ ਗਿਆ? ਅਬਦਾਲੀ ਕਿੱਧਰ ਗਿਆ, ਕਿੱਧਰ ਆਇਆ, ਕਿੱਥੇ ਗਿਆ? ਉਹ ਮੁੜ ਕੇ ਆਇਆ ਕਿ ਨਹੀਂ ਆਇਆ ਹਿੰਦੁਸਤਾਨ 'ਚ? ਕੈਪਟਨ ਮਰੇ ਨੇ ਭਾਈ ਰਤਨ ਸਿੰਘ ਜੀ ਨੂੰ ਅਬਦਾਲੀ ਬਾਰੇ ਪੁੱਛਿਆ। चौपाई ओ दिल्ली कही थी जो तुम केरी। ਤੂੰ ਜੋ ਕਿਹਾ ਸੀ ਕਿ ਜਵਾਹਰ ਮੱਲ ਭਰਤਪੁਰੀਏ ਨੇ ਦਿੱਲੀ ਨੂੰ ਘੇਰਿਆ ਹੋਇਆ ਸੀ, ਤਾਂ ਹੀ ਤੇ ਉਹਨੇ ਰੋਹਿਲੇ ਨੇ ਬੁਲਾਇਆ ਸੀ ਨਾ ਅਬਦਾਲੀ ਨੂੰ 30 ਕਰੋੜ ਰੁਪਈਆ ਦੇਣਾ ਕਰਕੇ। ਤੂੰ ਜੋ ਕਿਹਾ ਸੀ ਕਿ ਦਿੱਲੀ ਨੂੰ ਘੇਰਾ ਪਾਇਆ ਹੋਇਆ ਸੀ ਜਵਾਹਰ ਮੱਲ ਭਰਤਪੁਰੀਏ ਨੇ, तकसीर रोहेले नजीबे केरी। ਔਰ ਨਜੀਬੇ ਰੋਹੇਲੇ ਦੀ ਜਿਹੜੀ ਇਹ ਵੱਡੀ ਭੁੱਲ ਸੀ, ਦੋਸ਼ ਸੀ, ਉਹਦਾ ਤੂੰ ਦੋਸ਼ ਦੱਸਦਾ ਕਿ ਉਹਨੇ ਅਬਦਾਲੀ ਨੂੰ ਸੱਦਿਆ। आप बची के बचवाई शाह। ਉਹ ਦਿੱਲੀ ਆਪ ਹੀ ਬਚ ਗਈ ਜਾਂ ਅਬਦਾਲੀ ਨੇ ਜਾ ਕੇ ਬਚਾਇਆ? दो बतायो मोए प्रत रहा। ਉਹ ਦੋਵਾਂ ਦੀ ਬਾਤ ਤੂੰ ਮੈਨੂੰ ਦੱਸ ਵੀ ਨਜੀਬੇ ਦਾ ਕੀ ਬਣਿਆ, ਦਿੱਲੀ ਦਾ ਕੀ ਬਣਿਆ, ਤੇ ਜਿਹੜਾ ਅਬਦਾਲੀ ਆਇਆ ਸੀ ਬਾਬੇ ਗੁਰਬਖਸ਼ ਸਿੰਘ ਨਾਲ ਲੜ ਕੇ ਬਾਬਾ ਜੀ ਤਾਂ ਸ਼ਹੀਦੀ ਪਾ ਗਏ, ਜਦੋਂ ਦਿੱਲੀ ਨੂੰ ਗਿਆ ਕਿ ਨਹੀਂ ਗਿਆ ਮੁੜ ਕੇ? ਫਿਰ ਉਹ ਕੀ ਹੋਇਆ ਉੱਥੇ, ਉਹਦੇ ਬਾਰੇ ਵੀ ਮੈਨੂੰ ਦੱਸ। जिम उत्तर हम उसको दयो। ਭਾਈ ਰਤਨ ਸਿੰਘ ਜੀ ਕਹਿੰਦੇ ਜੋ ਕੈਪਟਨ ਮਰੇ ਨੇ ਮੈਨੂੰ ਪੁੱਛਿਆ ਸਵਾਲ,
ਉਹਦਾ ਜਵਾਬ ਜਿਵੇਂ ਮੈਂ ਉਹਨੂੰ ਦਿੱਤਾ, ਸੋ ਉਸ ਤੋਰ ਹਮ ਕਰੇ ਲਿਖਿਓ। ਕਹਿੰਦੇ ਜਿਵੇਂ ਉਹਨੂੰ ਜਵਾਬ ਦਿੱਤਾ ਸੀ ਉਸੇ ਤਰ੍ਹਾਂ ਮੈਂ ਇੱਥੇ ਲਿਖਣ ਲੱਗਾ ਖਾਲਸਾ ਜੀ, ਤੁਹਾਨੂੰ ਵੀ ਸੁਣਾਉਣਾ ਜੋ ਜਵਾਬ ਉਹਨੂੰ ਦਿੱਤਾ ਸੀ। ਆਓ ਆਈ ਜਬ ਸ਼ਾਹ ਕੀ ਪਈ। ਜਦੋਂ ਰੌਲਾ ਪੈ ਗਿਆ, ਆਵਾਈ ਹੋ ਗਈ ਜੀ, ਆ ਗਿਆ ਅਬਦਾਲੀ, ਆ ਗਿਆ ਅਬਦਾਲੀ, ਆ ਗਿਆ ਖਾਣਾ ਪੀਣਾ ਲਾਏ ਦਾ, ਬਾਕੀ ਅਹਿਮਦ ਸ਼ਾਹ ਦਾ ਰੌਲਾ ਪੈ ਗਿਆ ਕਿ ਅਬਦਾਲੀ ਆ ਗਿਆ। ਔਰ ਫੌਜ ਜੱਟ ਰੱਖਣੀ ਠਈ। ਜਵਾਰ ਮੱਲ ਭਰਤਪੁਰੀਏ ਨੇ ਉਹਨੇ ਹੋਰ ਫੌਜ ਰੱਖਣੀ ਸ਼ੁਰੂ ਕਰ ਦਿੱਤੀ ਕਿ ਅਬਦਾਲੀ ਆਏਗਾ, ਲੜਾ ਉਹਨੇ ਵੀ ਠਾਨੀ ਹੋਈ ਸੀ ਵੀ ਆ ਜੇ ਅਬਦਾਲੀ ਰੀਝ ਲਾ ਕੇ ਲੜਾਗਾ, ਦਿੱਲੀ ਤੇ ਕਬਜ਼ਾ ਤਾਂ ਹੁਣ ਮੈਂ ਹੀ ਕਰਨਾ। ਉਹ ਪੂਰੀ ਠਾਣ ਕੇ ਆਇਆ ਸੀ, ਉਹਦੇ ਪਿਓ ਨੂੰ ਮਾਰਿਆ ਸੀ ਆਗਰੇ ਜਵਾਰ ਮੱਲ ਦੇ ਨੂੰ, ਉਹਦਾ ਬਦਲਾ ਲੈਣਾ ਚਾਹੁੰਦਾ ਸੀ ਨਜੀਬੇ ਤੋਂ। ਤੋ ਜਵਾਰ ਮੱਲ ਨੇ ਹੋਰ ਫੌਜ ਆਪਣੇ ਕੋਲ ਰੱਖਣ ਦੀ ਇੱਛਾ ਕੀਤੀ। ਜਦੋਂ ਨੂੰ ਪਤਾ ਲੱਗਾ ਕਿ ਅਬਦਾਲੀ ਆ ਰਿਹਾ ਹੈ, ਸਿੰਘਨ ਵਾਲੋਸ ਆਏ ਵਕੀਲ। ਜਵਾਰ ਮੱਲ ਨੇ ਫਿਰ ਉਹਨਾਂ ਨੂੰ ਆਪਣੇ ਨਾਲ ਜੋੜਨਾ ਇਕੱਠਾ ਕੀਤਾ ਜਿਹੜੇ ਅਬਦਾਲੀ ਦੇ ਖਿਲਾਫ ਲੜ ਰਹੇ ਸੀ। ਮਰੱਟੇ ਉਹ ਪਹਿਲਾਂ ਹੀ ਉਹਦੇ ਨਾਲ ਸੀ, ਅਬਦਾਲੀ ਦੇ ਖਿਲਾਫ ਲੜਦੇ ਸੀ। ਉਹਨੇ ਵੇਖਿਆ ਕਿ ਮਰੱਟੇ ਵੀ ਹਾਰ ਕੇ ਮੁੜ ਜਾਂਦੇ ਨੇ, ਪਰ ਅਬਦਾਲੀ ਨਾਲ ਜਾ ਕੇ ਲੜ ਕੇ ਖਹਿ ਕੇ ਉਹਨੂੰ ਅੱਗੇ ਉਹ ਅਟਕ ਦਰਿਆ ਟਪਾ ਕੇ ਜਿਹੜੇ ਆਉਣ ਵਾਲੇ ਪੰਜਾਬ ਦੀ ਧਰਤੀ ਦੇ ਸੂਰੇ ਬਹਾਦਰ ਯੋਧੇ ਸਿੰਘ ਨੇ, ਮੈਂ ਉਹਨਾਂ ਨੂੰ ਵੀ ਆਪਣੇ ਨਾਲ ਰਲਾ ਲਵਾਂ। ਅਬਦਾਲੀ ਦੇ ਖਿਲਾਫ ਨੇ, ਉਹ ਵੀ ਮੇਰੀ ਮਦਦ ਕਰਨਗੇ। ਤੋ ਜਵਾਰ ਮੱਲ ਨੇ ਖਾਲਸੇ ਦੇ ਕੋਲ ਫਿਰ ਆਪਣੇ ਵਕੀਲ ਭੇਜੇ ਕਿ ਪੰਥ ਨੂੰ, ਸਿੰਘਾਂ ਨੂੰ ਮੈਂ ਆਪਣੇ ਨਾਲ ਰਲਾਵਾਂ, ਮੇਰੇ ਨਾਲ ਰਲਣ ਤੇ ਅਬਦਾਲੀ ਨਾਲ ਚੰਗੀ ਤਰ੍ਹਾਂ ਡਟ ਕੇ ਦੋ ਹੱਥ ਕਰਕੇ ਮੁਕਾਬਲਾ ਕਰੀਏ, ਤੈਨੂੰ ਇਹੋ ਜਿਹਾ ਭਜਾਈਏ ਵੀ ਆਵੇ ਨਾ ਮੁੜ ਕੇ ਹਿੰਦੁਸਤਾਨ 'ਚ। ਏਦਾਂ ਜਵਾਰ ਮੱਲ ਨੇ ਇਹ ਸੋਚ ਬਣਾਈ। ਲਦ ਮਾਇਆ ਬੋ ਗੱਡੇ ਫੀਲ। ਇਹਨੇ ਕੀ ਕੀਤਾ, ਆਖਿਆ ਪੰਥ ਨੂੰ ਨਜ਼ਰਾਨੇ ਭੇਟ ਕਰੀਏ, ਪੰਥ ਨੂੰ ਨਜ਼ਰਾਨਾ ਭੇਟ ਕਰਕੇ ਪੰਥ ਖੁਸ਼ ਹੋਵੇਗਾ। ਇਹਨੇ ਗੱਡੇ ਲੱਦ ਕੇ ਮਾਇਆ ਦੇ, ਮਾਇਆ ਬੜੀ ਸੀ ਜਵਾਰ ਮੱਲ ਕੋਲ, ਆਗਰਾ ਸਾਰਾ ਇਹਨੇ ਲੁੱਟਿਆ ਸੀ। ਇਹਨੇ ਬਹੁਤ ਸਾਰੇ ਗੱਡੇ ਊਂਠ ਉਹ ਲੱਦ ਕੇ ਨਾ ਰਾਜ ਸਾਜ ਨਾਲ, ਮਾਇਆ ਦੇ ਨਾਲ ਉਹ ਪੰਥ ਦੇ ਕੋਲ ਭੇਜੇ, ਖਾਲਸੇ ਕੋਲ ਭੇਜੇ। ਨਾਮ ਬ੍ਰਿੰਦਾਬਨ ਮਥਰਾ ਦਾਸ। ਦੋ ਵਕੀਲ ਭੇਜੇ ਆਪਣੇ, ਕਿਹੜੇ? ਇੱਕ ਦਾ ਨਾਮ ਸੀ ਬ੍ਰਿੰਦਾਬਨ ਤੇ ਦੂਜੇ ਦਾ ਨਾਮ ਸੀ ਮਥੁਰਾ ਦਾਸ। ਜਵਾਰ ਮੱਲ ਨੇ ਆਪਣੇ ਦੋ ਵਕੀਲ ਮਾਇਆ ਦੇ ਨਜ਼ਰਾਨੇ ਦੇ ਕੇ ਖਾਲਸੇ ਪੰਥ ਦੀ ਸ਼ਰਨ ਭੇਜੇ। ਪੰਥ ਦੇ ਜਰਨੈਲ ਉਹਨਾਂ ਸਮਿਆਂ 'ਚ ਜੱਸਾ ਸਿੰਘ ਜੀ ਆਹਲੂਵਾਲੀਆ ਸਾਹਿਬ, ਬੜੇ ਬੜੇ ਮਹਾਨ ਯੋਧੇ, ਚੜਤ ਸਿੰਘ ਵਰਗੇ ਯੋਧੇ ਜਰਨੈਲ ਸੀ, ਉਹਨਾਂ ਦੇ ਕੋਲ ਭੇਜਿਆ। ਆਏ ਕਯੋ ਨ ਖਾਲਸੇ ਪਾਸ। ਵਕੀਲ ਬ੍ਰਿੰਦਾਬਨ ਤੇ ਦੂਸਰਾ ਵਕੀਲ ਮਥੁਰਾ ਦਾਸ ਜਿਹੜਾ ਜਵਾਰ ਮੱਲ ਵੱਲੋਂ ਆਏ ਨੇ, ਪੰਥ ਕੋਲ ਆ ਕੇ ਪਹਿਲਾਂ ਇਹਨਾਂ ਨੇ ਹੱਥ ਜੋੜੇ, ਸੀਸ ਝੁਕਾ ਕੇ ਕੁਨਸ ਕੀਤੀ, ਨਮਸਕਾਰ ਕੀਤੀ ਤੇ ਕਹਿਣ ਲੱਗੇ, ਹਮ ਤੁਮ ਛਤਰੀ ਹਿੰਦੂ ਧਰਮ। ਕਹਿਣ ਲੱਗੇ ਜੀ ਤੁਸੀਂ ਵੀ ਛਤਰੀ ਹੋ, ਅਸੀਂ ਵੀ ਛਤਰੀ ਹਾਂ। ਸਾਡਾ ਧਰਮ ਹਿੰਦੂ ਧਰਮ ਹੈ, ਸਨਾਤਨ ਧਰਮ ਹਿੰਦੁਸਤਾਨ ਦੇ ਅਸੀਂ ਵਸਿੰਦੇ ਹਾਂ। ਤੁਸੀਂ ਵੀ ਇਸ ਧਰਤੀ ਦੇ ਮੂਲ ਮਾਲਕ ਹੋ। ਏਕੋ ਜਾਤ ਓ ਏਕੋ ਕਰਮ। ਤੁਸੀਂ ਵੀ ਛਤਰੀ ਹੋ, ਅਸੀਂ ਵੀ ਛਤਰੀ ਹਾਂ। ਤੁਸੀਂ ਵੀ ਅਬਦਾਲੀ ਨਾਲ ਲੜ ਰਹੇ ਹੋ ਤੇ ਅਸੀਂ ਵੀ ਅਬਦਾਲੀ ਨਾਲ ਮੱਥਾ ਲਾਇਆ ਹੋਇਆ ਹੈ। ਸੰਤ ਰੱਛਕ ਓ ਗਊ ਰੱਛਿਆ। ਔਰ ਮੈਂ ਖਾਲਸੇ ਬਾਰੇ ਸੁਣਿਆ, ਮਥੁਰਾ ਦਾਸ ਕਹਿੰਦਾ ਵਕੀਲ, ਕਿ ਮੈਂ ਖਾਲਸੇ ਬਾਰੇ ਸੁਣਿਆ ਕਿ ਖਾਲਸਾ ਸੰਤ ਜਨਾਂ ਦੀ, ਗਰੀਬ ਤੇ ਗਊ ਦੀ ਰੱਖਿਆ ਕਰਦਾ ਹੈ। ਖਾਲਸਾ ਸੰਤਾਂ ਦੀ, ਭਗਤਾਂ ਦੀ, ਗਰੀਬਾਂ ਦੀ, ਗਊਆਂ ਵਾਂਗੂ ਮਜਲੂਮਾਂ ਦੀ ਰਕਸ਼ਾ ਕਰਦਾ ਹੈ। ਤੁਰਕ ਦੁਸ਼ਟ ਕੋ ਚਾਏ ਪਛਿਆ। ਔਰ ਜਿਹੜੇ ਮਲੇਛ ਨੇ, ਜ਼ਾਲਮ ਨੇ, ਜਰਵਾਣੇ ਨੇ, ਉਹਨਾਂ ਜਰਵਾਣੇ ਨੂੰ ਖਾਣ ਵਾਲੇ ਹੋ ਤੁਸੀਂ, ਉਹਨਾਂ ਨੂੰ ਭਖਣ ਵਾਲੇ, ਉਹਨਾਂ ਦਾ ਨਾਸ਼ ਕਰਨ ਵਾਲੇ। ਜਦੋਂ ਤੇਗ ਬਾਰੇ ਪੁੱਛਿਆ ਨਾ ਤੇ ਤੇਗ ਬਾਰੇ ਜਵਾਬ ਦਿੱਤਾ, ਜਰਵਾਣੇ ਕੀ ਭਖਿਆ, ਗਊ ਗਰੀਬ ਕੀ ਰੱਖਿਆ। ਤੁਸੀਂ ਇਹ ਤਲਵਾਰ ਜਰਵਾਣੇ ਨੂੰ ਭਖਣ ਲਈ ਔਰ ਗਊਆਂ ਸਮਾਨ ਜਿਹੜੇ ਗਰੀਬ ਨੇ, ਨਿਵਾਣੇ ਨੇ, ਉਹਨਾਂ ਨੂੰ ਰੱਖਣ ਲਈ ਇਹ ਤੇਗ ਧਾਰਨ ਕੀਤੀ ਹੈ। ਮੈਂ ਇਹ ਖਾਲਸੇ ਬਾਰੇ ਸੁਣਿਆ। ਦੋਹਰਾ ਹਿੰਦੂ ਲਾਜ ਹਮ ਤੁਮ ਇਕ, ਉਹਨੇ ਮਜ਼ਹਬ
ਦੀਨਦਾਰ। ਸਾਡੀ ਲਾਜ ਇੱਕੋ ਹੀ ਹੋ ਗਈ ਫਿਰ ਤਾਂ। ਅਸੀਂ ਵੀ ਆਪਣੇ ਖਿੱਤੇ ਲਈ ਲੜ ਰਹੇ ਹਾਂ, ਤੁਸੀਂ ਵੀ ਇਸ ਧਰਤੀ ਦੇ ਮਾਲਕ ਹੋ। ਵੈਰੀਆਂ ਨੂੰ ਸੋਧਣ ਵਾਸਤੇ, ਜਰਵਾਣਿਆਂ ਨੂੰ ਨਾਸ਼ ਕਰਨ ਲਈ ਲੜ ਰਹੇ ਹੋ। ਇਸ ਕਰਕੇ ਆਪਣਾ ਦੋਹਾਂ ਦਾ ਦੁਸ਼ਮਣ ਇੱਕੋ ਹੈ, ਉਹ ਦੀਨਦਾਰ ਸਾਡੇ ਦੁਸ਼ਮਣ ਹਨ। ਇਸ ਪਰ ਤਰੋ ਧਿਆਨ ਤੁਮ ਆਏ ਕਰੋ ਧਰਮ ਪ੍ਰਤਿਪਾਰ। ਤੁਸੀਂ ਆਪਣੇ ਧਰਮ ਦੀ ਪ੍ਰਤਪਾਲਣਾ ਕਰੋ ਤੇ ਆ ਕੇ ਸਾਡੇ ਵੱਲ ਧਿਆਨ ਕਰੋ। ਜੋ ਪਈ ਔਰ ਸਿੱਕੋ ਉਹ ਦਾਰੂ ਲਈਏ। ਅਸੀਂ ਤੁਹਾਨੂੰ ਮਦਦ ਕਰਾਂਗੇ, ਸਾਡੇ ਕੋਲੋਂ ਦਾਰੂ ਸਿੱਕਾ ਜੋ ਚਾਹੀਦਾ ਜੰਗ ਦੇ ਮੈਦਾਨ 'ਚ ਲੜਨ ਵਾਸਤੇ, ਜਿੰਨੇ ਸ਼ਸਤਰ ਅਸਤਰ ਚਾਹੀਦੇ ਨੇ ਉਹ ਸਾਡੇ ਜਵਾਹਰ ਮੱਲ ਜੀ ਭਰਤਪੁਰੀਏ ਦੇਣਗੇ ਆਪ ਜੀ ਨੂੰ। ਕੜਾ ਖਾਤਰ ਔਰ ਦਰਬ ਪੀ ਪਈ ਐ। ਆ ਮਾਇਆ ਹਾਜ਼ਰ ਕੀਤੀ ਆਪ ਜੀ ਦੇ ਚਰਨਾਂ 'ਚ, ਤੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਲਈ ਹੋਰ ਬੇਅੰਤ ਮਾਇਆ ਅਸੀਂ ਆਪ ਜੀ ਦੇ ਚਰਨਾਂ 'ਚ ਹਾਜ਼ਰ ਕਰਾਂਗੇ। ਜੋ ਹਮ ਪੈ ਸਭ ਤੁਮਰੋ ਮਾਲ। ਜਿਹੜਾ ਸਾਡੇ ਕੋਲ ਹੈ ਸਭ ਤੁਹਾਡਾ ਹੈ ਖਾਲਸਾ ਜੀ, ਕਿਉਂਕਿ ਜੇ ਅਬਦਾਲੀ ਲੈ ਗਿਆ ਇਹ ਨਾ ਸਾਡਾ ਰਹਿਣਾ ਨਾ ਤੁਹਾਡਾ। ਅਬਦਾਲੀ ਲੈ ਗਿਆ ਉਹ ਤਾਂ ਫਿਰ ਲੈ ਗਿਆ ਕਾਬਲ ਕੋਲ, ਕਿਉਂਕਿ ਜੋ ਸਾਡੇ ਕੋਲ ਹੈ ਖਾਲਸਾ ਜੀ ਇਹ ਤੁਹਾਡਾ ਹੈ। ਲਓ ਆਏ ਰਲ ਹਮਰੇ ਨਾਲ। ਇਸ ਕਰਕੇ ਜੋ ਆਪਣਾ ਹੈ ਤੁਸੀਂ ਉਹ ਸਾਡੇ ਨਾਲ ਰਲ ਕੇ ਲਵੋ। ਇਹ ਸਾਰੇ ਭਾਰਤ ਖੰਡ ਵਿੱਚ ਜੋ ਕੁਝ ਹੈ ਤੁਹਾਡਾ ਵੀ ਹੈ, ਤੇ ਆਓ ਸਾਡੇ ਨਾਲ ਰਲ ਕੇ ਲੈ ਲਵੋ। ਜੋ ਹੈ ਤੁਮਕੋ ਹਿੰਦ ਕੀ ਲਾਜ। ਇਹ ਤੁਹਾਨੂੰ ਲਾਜ ਹੈ। ਆਏ ਕਰੋ ਅਬ ਹਮਕੋ ਕਾਜ। ਆ ਕੇ ਸਾਡਾ ਕਾਰਜ ਕਰੋ, ਅਬਦਾਲੀ ਦੇ ਖਿਲਾਫ ਆ ਕੇ ਸਾਡੇ ਨਾਲ ਹੋ ਕੇ ਰਲ ਕੇ ਲੜੋ। ਗਿਲ ਜੋ ਆਇਓ ਦੀਨੇ ਕਾਜ। ਗਿਲ ਜੇ ਆਏ ਨੇ ਆਪਣੇ ਦੀਨ ਦੇ ਕਾਜ ਲਈ, ਆਪਣੇ ਦੀਨ ਤੇ ਮਜਬ ਲਈ। ਵੜਿਓ ਦੀਨ ਮਦ ਦਿੱਲੀ ਭਾਜ। ਔਰ ਜਿਹੜੇ ਬਹੁਤੇ ਦੀਨੀਏ ਨੇ ਉਹ ਚੱਲ ਕੇ ਦਿੱਲੀ ਵਿੱਚ ਭੱਜ ਕੇ ਵੜ ਗਏ ਨੇ ਰੋਹੇਲੇ ਨਜੀਬੇ ਨਾਲ। ਉਸੇ ਅਰਜ਼ ਖਾਲਸੇ ਮੰਨ ਲਈ। ਜਦੋਂ ਮਥਰਾ ਦਾਸ ਤੇ ਬ੍ਰਿੰਦਾਬਨ ਇਹ ਦੋਨਾਂ ਵਕੀਲਾਂ ਨੇ ਜਿਹੜੇ ਜਵਾਹਰ ਮੱਲ ਕੋਲੋਂ ਆਏ ਸੀ ਭਰਤਪੁਰੇ ਤੋਂ, ਇਹਨਾਂ ਦੀ ਬੇਨਤੀ ਖਾਲਸੇ ਪੰਥ ਨੇ ਮੰਨ ਲਈ, ਪ੍ਰਵਾਨ ਕਰ ਲਈ। ਚੜਿਓ ਤੁਰਤ ਕਛ ਦੇਰ ਨ ਕਈ। ਖਾਲਸਾ ਝੱਟ ਤਿਆਰ ਹੋ ਗਿਆ। ਸਿੰਘਾਂ ਨੂੰ ਤਾਂ ਅਬਦਾਲੀ ਨਾਲ ਲੜਨ ਦੀਆਂ ਪਹਿਲਾਂ ਕਚੀਚੀਆਂ ਵੱਢਦੇ, ਉਹਨਾਂ ਨੂੰ ਬਾਬੇ ਗੁਰਬਖਸ਼ ਸਿੰਘ ਦੀ ਸ਼ਹੀਦੀ ਦਾ ਵੀ ਰੋਸ ਸੀ ਸਿੰਘਾਂ ਨੂੰ। ਕਹਿੰਦੇ ਸਿੰਘ ਝੱਟ ਤਿਆਰ ਹੋ ਗਏ, ਘੋੜਿਆਂ ਦੀਆਂ ਕਾਠੀਆਂ ਤੇ ਸਵਾਰ ਹੋ ਗਏ। ਛੱਡੇ ਕਬੀਲੇ ਮਾਲਵੇ ਮਾਏ। ਹੁਣ ਖਾਲਸੇ ਨੇ ਆਪਣੇ ਕਬੀਲੇ, ਪਰਿਵਾਰ, ਬੱਚੇ, ਬਜ਼ੁਰਗ ਉਹਨਾਂ ਨੂੰ ਵੀ ਪਹਿਲਾਂ ਸੇਫ ਜਗ੍ਹਾ ਤੇ ਪਹੁੰਚਾਉਣਾ ਸੀ। ਸੇਫ ਜਗ੍ਹਾ ਕਿਹੜੀ ਸੀ? ਆ ਮਾਲਵੇ ਦਾ ਇਲਾਕਾ ਜਿਹੜਾ ਜੰਗਲ ਦਾ ਇਲਾਕਾ ਹੈ, ਆ ਬਠਿੰਡੇ ਦਾ, ਇਧਰ ਮਹਾਰਾਜ ਦਾ, ਜਗਰਾਵੇਂ ਦਾ, ਇਹ ਸਿੰਘਾਂ ਦਾ ਉਹ ਟਿਕਾਣੇ ਨੇ ਜਿੱਥੇ ਆਪਣੇ ਪਰਿਵਾਰਾਂ ਨੂੰ ਬੇਫਿਕਰੇ ਹੋ ਕੇ ਛੱਡ ਜਾਂਦੇ ਤੇ ਵੈਰੀਆਂ ਨਾਲ ਲੜਦੇ ਸੀ। ਤੋ ਸਿੰਘਾਂ ਆਖਿਆ ਪਿੱਛੋਂ ਟੱਬਰ ਦਾ ਨੁਕਸਾਨ ਹੋਵੇਗਾ ਜਦੋਂ ਜਾਵਾਂਗੇ ਅਬਦਾਲੀ ਨਾਲ ਲੜਨ। ਤੋ ਖਾਲਸੇ ਨੇ ਆਪਣੇ ਜਿੰਨੇ ਕਬੀਲੇ ਸਨ ਉਹ ਮਾਲਵੇ ਵਿੱਚ ਲਿਆ ਕੇ ਛੱਡੇ। ਬਹੇ ਬਿਰਾੜਨ ਸਭਨ ਪਾਏ। ਸ਼ੁਰੂ ਵਿੱਚ ਪਹਿਲਾਂ ਇੱਥੋਂ ਦੇ ਕੁਝ ਬਰਾੜ ਸਿੰਘਾਂ ਨਾਲ ਖਹਿੰਦੇ ਰਹੇ, ਪਰ ਬਾਅਦ ਚੋਂ ਵੀ ਸਾਰੇ ਪ੍ਰੇਮੀ ਬਣ ਗਏ, ਪੰਥ ਦੇ ਰਿਸ਼ਤੇਦਾਰੀਆਂ ਪੈ ਗਈਆਂ, ਧੀਆਂ ਪੁੱਤ ਆਪੋ ਵਿੱਚ ਵਿਆਹੇ ਗਏ, ਸੰਬੰਧ ਜੁੜ ਗਏ। ਉਹਨਾਂ ਬਰਾੜਾਂ ਦੇ ਘਰਾਂ ਵਿੱਚ ਹੀ ਜਿਹੜੇ ਇਧਰ ਮਾਲਵੇ ਦੇ ਇਲਾਕੇ 'ਚ ਰਹਿੰਦੇ ਸਨ ਜਾਂ ਗਿੱਲ ਸਨ, ਉਹਨਾਂ ਦੇ ਘਰਾਂ ਵਿੱਚ ਆਪਣੇ ਪਰਿਵਾਰ ਛੱਡੇ। ਜਾਏ ਦਬਾਈ ਬਾਂਗਰ ਕੌਣ। ਤੇ ਸਿੰਘ ਪੰਥ ਜਿੰਨਾ ਸੀ ਇਕੱਠੇ ਹੋ ਕੇ ਆ ਜਿਹੜਾ ਬਾਂਗਰ ਦੀ ਕੌਣ ਦਾ ਇਲਾਕਾ ਇਧਰ ਕਰਨਾਲ ਦੇ ਸਿਰੇ ਵਾਲੇ ਪਾਸਿਓਂ ਪਾਣੀਪਤ ਦੇ ਨੇੜੇ ਤੇੜੇ, ਇਹ ਜਿਹੜੀ ਕੋਣ ਸੀ ਇੱਕ ਪਾਸੇ ਦੀ, ਉਹ ਪੰਥ ਨੇ ਜਾ ਦੱਬੀ। ਰੋਕ ਲਿਓ ਆਨ ਵੜਨੇ ਠੌਨ। ਇਧਰੋਂ ਦਿੱਲੀ ਨੂੰ ਸਪਲਾਈ ਜਾਂਦੀ ਸੀ ਅੰਨ ਪਾਣੀ, ਅੰਨ ਜਿਹੜਾ ਖੇਤਾਂ ਦੇ ਵਿੱਚੋਂ, ਇਧਰੋਂ ਬਾਂਗਰ ਚੋਂ, ਇਧਰੋਂ ਪੰਜਾਬ ਦੇ ਇਲਾਕੇ ਚੋਂ ਇਹ ਜਿਹੜਾ ਅੰਨ ਜਾਂਦਾ ਸੀ ਨਾ, ਉਹ ਸਾਰੀ ਸਪਲਾਈ ਖਾਲਸੇ ਨੇ ਜਾ ਕੇ ਰੋਕਦੀ ਵੀ ਦਿੱਲੀ ਦੇ ਵਿੱਚ ਅੰਨ ਪਾਣੀ ਰਾਸ਼ਨ ਨਹੀਂ ਜਾਣ ਦੇਣਾ। ਬਹੁਤ ਤੰਗੀ ਤੇ ਪਈ ਅਨਾਜ। ਹੁਣ ਅੱਗੇ ਨਜੀਬਾ ਵੇਖੇ ਅਨਾਜ, ਇਹ ਨਹੀਂ ਵੀ ਅਨਾਜ ਹੋਣੀ ਜਾਣ ਲੱਗਾ ਦਿੱਲੀ ਵਾਲੇ ਪਾਸੇ, ਉਦੋਂ ਵੀ ਪਹਿਲਾਂ ਇਸੇ ਪਾਸੇ ਹੀ ਅਨਾਜ ਜਾਂਦਾ ਸੀ, ਤੇ ਜਾ ਕੇ ਅਨਾਜ ਰੋਕ ਦਿੱਤਾ ਖਾਲਸੇ ਨੇ। ਹੁਣ ਦਿੱਲੀ ਵਾਲੇ ਲੱਗੇ ਕੰਮਣ, ਉੱਥੇ ਬੈਠੇ ਜਿਹੜੇ ਨਜੀਬੇ ਵਰਗੇ ਸੀ ਵੀ ਅੰਨ ਤੋਂ ਬਿਨਾਂ। ਹੁਣ ਤੇਲ ਥੋੜੀ ਪੀਣਾ ਜਿਹਦੇ ਉਹ ਮਾਲਕ ਸੀ, ਕਿ ਤੇਲ ਲਿਆਉਂਦੇ ਆ ਖਰੀਦ ਕੇ, ਅੰਨ ਤਾਂ ਖਾਣਾ ਹੀ ਪੈਣਾ ਸੀ ਨਾ, ਦੋ ਪ੍ਰਸ਼ਾਦੇ।
ਉਹ ਅੰਨ ਚਾਹੀਦਾ, ਅੰਨ ਇਧਰੋਂ ਜਾਂਦਾ ਸੀ। ਤੋ ਇਸ ਪ੍ਰਕਾਰ ਨਾਲ ਉਹ ਅੰਨ ਪਾਣੀ ਜਾ ਕੇ ਖਾ, ਪਾਣੀ ਵੀ ਤਕਰੀਬਨ ਇਧਰੋਂ ਜਾਂਦਾ ਸੀ, ਪਾਣੀ ਵੀ ਰੋਕ ਲਿਆ, ਅੰਨ ਵੀ ਰੋਕ ਲਿਆ। ਹੁਣ ਉਹ ਵੇਖਣ ਦਿੱਲੀ ਵਿੱਚ ਨਜੀਬਾ ਬੜਾ ਪਰੇਸ਼ਾਨ ਹੋ ਗਿਆ, ਜਿਹੜਾ ਪਿਛਲੇ ਕਈ ਮਹੀਨਿਆਂ ਤੋਂ ਬੈਠਾ ਸੀ। ਭਰਤਪੁਰੀਏ ਦੇ ਕਾਬੂ ਨਹੀਂ ਸੀ ਆਏ, ਭਰਤਪੁਰੀਆ ਜਵਾਹਰ ਮੱਲ ਵੀ ਸੀ ਉੱਥੇ, ਉਹਦੇ ਕਾਬੂ ਨਹੀਂ ਸੀ ਆਉਂਦਾ। ਇਧਰੋਂ ਸਿੰਘਾਂ ਨੇ ਜਾ ਕੇ ਕਾਬੂ ਕਰ ਲਿਆ, ਪਹਿਲਾਂ ਹੀ ਨਜੀਬੇ ਦੀ ਨੱਕ ਦਮ ਕਰ ਦਿੱਤਾ, ਅੰਨ ਵੀ ਰੋਕ ਲਿਆ, ਪਾਣੀ ਵੀ ਰੋਕ ਲਿਆ। ਦਿੱਲੀ ਛੱਡ ਛੱਡ ਲੋਕ ਜਾਏ ਭਾਜੇ। ਹੁਣ ਜਿਹੜੇ ਲੋਕ ਦਿੱਲੀ ਰਹਿੰਦੇ ਸੀ ਛੱਡ ਛੱਡ ਕੇ ਭੱਜਣ ਲੱਗੇ, ਜਾਣ ਲੱਗੇ। ਦੋਹਰਾ ਉਤੇ ਸ਼ਾਹ ਇਹ ਸੁਣ ਖਬਰ, ਬਹੁ ਸੰਸਾ ਚਿਤ ਕੀਨ। ਕਹਿੰਦੇ ਉਧਰ ਅਬਦਾਲੀ ਨੂੰ ਵੀ ਸੁਨੇਹਾ ਮਿਲਿਆ, ਉਹ ਹਾਲੇ ਟੁਰਿਆ ਨਹੀਂ, ਜੰਡਿਆਲੇ ਹੀ ਬੈਠਾ ਸੀ ਅੰਮ੍ਰਿਤਸਰ ਸਾਹਿਬ ਦੇ ਕੋਲ। ਅਬਦਾਲੀ ਦਿੱਲੀ ਨੇ, ਉਹਦੇ ਤੋਂ ਪਹਿਲਾਂ ਸਿੰਘ ਉੱਥੇ ਪਹੁੰਚ ਗਏ। ਉਹ ਹਾਲੇ ਬਾਬੇ ਗੁਰਬਖਸ਼ ਸਿੰਘ ਨਾਲ ਲੜ ਕੇ ਅੱਗੇ ਵਧਿਆ ਹੀ ਨਹੀਂ ਸੀ, ਉੱਥੇ ਹੀ ਸੀ ਪਿੱਛੇ। ਜਦੋਂ ਖਬਰ ਹੋਈ ਅਬਦਾਲੀ ਨੂੰ ਵੀ ਸਿੰਘ ਤਾਂ ਉੱਥੇ ਜਾ ਪਹੁੰਚੇ ਆ ਪਹਿਲਾਂ ਹੀ, ਉਹਨੂੰ ਪਿੱਸੂ ਪੈਣੇ ਸ਼ੁਰੂ ਹੋ ਗਏ ਅਬਦਾਲੀ ਨੂੰ। ਉਹਨੂੰ ਚਿੰਤਾ ਪੈ ਗਈ, ਫਿਕਰ ਪੈ ਗਿਆ। ਉਹ ਨਹੀਂ ਸੀ ਡਰਦਾ, ਨਾ ਮਰੱਟਿਆਂ ਕੋਲੋਂ, ਨਾ ਹਿੰਦੁਸਤਾਨ ਜਿਹੜੇ ਮੁਗਲ ਸੀ ਉਹਨਾਂ ਕੋਲੋਂ ਵੀ ਨਹੀਂ ਸੀ ਡਰਦਾ। ਅਬਦਾਲੀ ਡਰਦਾ ਸੀ ਖਾਲਸੇ ਦੇ ਡਾਢੇ ਹੱਥਾਂ ਤੋਂ। ਤਾਂ ਹੀ ਤਾਂ ਉਹ ਕਹਿੰਦਾ ਸੀ ਇਹਨਾਂ ਨੂੰ ਮੁਕਾਓ, ਕਦੇ ਦਰਬਾਰ ਸਾਹਿਬ ਤੇ ਹਮਲਾ ਕਰਦਾ, ਕਦੇ ਵੱਡੇ ਘੱਲੂ ਘਾਰੇ 'ਚ ਜਾ ਕੇ। ਇਹ ਤਾਂ ਸਿੰਘਾਂ ਕੋਲ ਕੋਈ ਜ਼ਮੀਨ ਥੋੜੀ ਸੀ ਜਾਂ ਕੋਈ ਜਾਇਦਾਦ ਥੋੜੀ ਸੀ ਜਿਹੜੀ ਅਬਦਾਲੀ ਨੇ ਖੋਹਣੀ ਸੀ। ਉਹਦਾ ਖੋਹ ਹੀ ਲਿਆਉਂਦਾ ਸੀ, ਦਿੱਲੀੋਂ ਵੀ ਭਰ ਲਿਆਉਂਦਾ ਸੀ ਖਜ਼ਾਨੇ, ਆਗਰੇ 'ਚੋਂ ਵੀ ਲੈ ਆਉਂਦਾ ਸੀ, ਮਥੁਰਾ ਵੀ ਲੁੱਟ ਲਿਆਉਂਦਾ ਸੀ, ਸਾਰਾ ਦਿੱਲੀ ਉਗਰਾ ਲਿਆਉਂਦਾ ਸੀ। ਖਾਲਸੇ ਕੋਲ ਕਿਹੜਾ ਉਦੋਂ ਜ਼ਮੀਨਾਂ ਸੀ ਜਾਂ ਕਿਹੜੀਆਂ ਕੋਈ ਜਾਇਦਾਦਾਂ ਸੀ ਖਾਲਸੇ ਕੋਲ? ਉਹ ਖਾਲਸੇ ਨੂੰ ਕਿਉਂ ਮਾਰਦਾ ਸੀ ਵੀ ਇਹ ਮੈਨੂੰ ਲੁੱਟਦੇ ਆ ਕੇ, ਮੈਨੂੰ ਤੰਗ ਕਰਦੇ ਆ। ਇਹਨਾਂ ਤੋਂ ਹੀ ਡਰਦਾ ਸੀ, ਕਰੜੇ ਹੱਥ ਸੀ ਖਾਲਸੇ ਦੇ। ਗਿਲਜਿਆਂ ਨੂੰ ਤਾਂ ਰਾਤ ਨੂੰ ਸੁਪਨੇ ਵਿੱਚ ਵੀ ਡਰ ਖਾਲਸੇ ਦਾ ਹੀ ਹੁੰਦਾ ਸੀ, ਹੋਰ ਉਹਨਾਂ ਨੂੰ ਡਰ ਨਹੀਂ ਸੀ ਹੁੰਦਾ ਹਿੰਦੁਸਤਾਨ 'ਚ ਆ ਕੇ। ਉਹ ਇਸੇ ਕਰਕੇ ਡਰਦੇ ਸੀ ਵੀ ਇਹ ਸਿੰਘ ਨਾ ਸਾਡੇ ਤੇ ਹਮਲਾ ਕਰ ਦੇਣ। ਜਦੋਂ ਸਿੰਘ ਪਹੁੰਚ ਗਏ, ਪਹਿਲਾਂ ਹੀ ਬਾਂਗਰ ਦੇ ਇਲਾਕੇ ਵਾਲੀ ਤਕੋਣ ਦੱਬ ਲਈ ਦਿੱਲੀ ਦੇ ਨੇੜੇ। ਇਧਰ ਅਬਦਾਲੀ ਨੂੰ ਪਹਿਲਾਂ ਹੀ ਚਿੰਤਾ ਪੈ ਗਈ। ਲਏ ਹੋ ਕੇ ਸਿਰ ਤੁਨੇ, ਧੁਨ ਧੁਨ ਖੁਨੇ ਜ਼ਮੀਨ। ਅਬਦਾਲੀ ਬਿਮਾਰ ਵੀ ਸੀ, ਨੱਕ ਦੇ ਉੱਤੇ ਉਹ ਸੱਟ ਵੱਜੀ ਸੀ, ਦਰਬਾਰ ਸਾਹਿਬ ਦੀ ਜਿਹੜੀ ਇੱਟ ਵੱਜੀ ਸੀ ਨੱਕ ਤੇ, ਉਹ ਨਸੂਰ ਸੀ। ਹੌਕਾ ਲੈਂਦਾ ਠੰਡਾ ਜਿਹਾ, ਠੰਡੇ ਠੰਡੇ ਹੌਕੇ ਭਰਦਾ, ਲੰਮੇ ਸਾਹ ਲੈਂਦਾ, ਸਿਰ ਧੁੰਨਦਾ ਤੇ ਬੜੀ ਜ਼ਮੀਨ ਨਾ ਏਦਾਂ ਉਂਗਲ ਨਾਲ ਖੋਤਰੀ ਜਾਂਦਾ, ਕਦੇ ਪੈਰ ਦੇ ਅੰਗੂਠੇ ਨਾਲ ਜ਼ਮੀਨ ਖੋਤਰੀ ਜਾਂਦਾ। ਵੀ ਆਹ ਕੀ ਹੋ ਗਿਆ? ਵੀ ਮੈਂ ਤਾਂ 30 ਕਰੋੜ ਲੈਣ ਆਇਆ ਸੀ ਨਜੀਬੇ ਕੋਲੋਂ, ਜਾਪਦਾ ਜਿਹੜਾ ਕੋਲ ਆ ਉਹ ਵੀ ਖਵਾ ਕੇ ਜਾਵਾਂਗਾ। ਹੁਣ 30 ਕਰੋੜ ਤੱਕ ਕੀ ਮਿਲਣਾ ਸੀ, ਉੱਥੇ ਤਾਂ ਪਹੁੰਚਣ ਹੀ ਨਹੀਂ ਦੇਣਾ। ਰਾਹ 'ਚ ਪਹਿਲਾਂ ਹੀ ਖਾਲਸਾ ਤਿਆਰ ਬਰ ਤਿਆਰ ਬੈਠਾ। ਬਾਬੇ ਜੱਸਾ ਸਿੰਘ ਆਹਲੂਵਾਲੀਏ ਵਰਗੇ ਜਰਨੈਲ ਬੈਠੇ ਆ ਉੱਥੇ, ਬਾਬੇ ਬਘੇਲ ਸਿੰਘ ਵਰਗੇ ਜਰਨੈਲ ਬੈਠੇ ਆ। ਬੜਾ ਡਰ ਗਿਆ ਅਬਦਾਲੀ। ਇਹਨੇ ਸੋਚਿਆ ਹੁਣ ਨਹੀਂ ਜਾਂਦਾ ਦਿੱਲੀ। ਨਜੀਬਾ ਕਹੇ ਆਓ ਅਬਦਾਲੀ ਸਾਹਿਬ ਆਓ, ਕਦੋਂ ਆਉਣਾ ਹੁਣ? ਉਹਨੂੰ ਲਾਰਾ ਜਾ ਲਾ ਕੇ, ਮੇਰੀ ਨਾ ਫੌਜ ਬਿਮਾਰ ਹੈ, ਉਹਨਾਂ ਨੂੰ ਹੈਜਾ ਹੋ ਗਿਆ, ਥੋੜੇ ਜਿਹੇ ਰਾਜੀ ਹੋ ਜਾਣ ਉਹਨਾਂ। ਉਹ ਚਾਹੁੰਦਾ ਸੀ ਵੀ ਹੁਣ ਇੱਥੋਂ ਹੀ ਛੁਟਕਾਰਾ ਕਰਕੇ ਮੁੜ ਜਾਵਾਂ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ। ਇਸ ਵਾਰ ਗਿਆ ਅਬਦਾਲੀ, ਬਾਬੇ ਗੁਰਬਖਸ਼ ਸਿੰਘ ਨੇ ਇਹੋ ਜਿਹਾ ਬੂਹਾ ਬੰਦ ਕੀਤਾ ਅਕਾਲ ਪੁਰਖ ਦੀ ਦਰਗਾਹ 'ਚ ਪੁਕਾਰ ਕਰਕੇ ਕਿ ਅਬਦਾਲੀ ਤੋਂ ਬਾਅਦ ਫਿਰ ਕੋਈ ਦੂਸਰਾ ਹਮਲਾਵਰ ਉਸ ਪਾਸੇ ਚੜ੍ਹ ਕੇ ਪੰਜਾਬ ਵਾਲੇ ਪਾਸੇ, ਹਿੰਦੁਸਤਾਨ ਵਾਲੇ ਪਾਸੇ ਨਹੀਂ ਆਇਆ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਕੇ ਖਾਲਸੇ ਪੰਥ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸੁਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਹੈ ਅਚੁੱਤ ਹੈ
ਬ੍ਰਹਮ ਨਾਸੀ ਅਗਨਾਸ हे पूरन हे सर्ब मैं ਪੰਜਨ ਗੁਣ ਤਾਸ हे संगी हे निरंकार ਨਿਰਗੁਣ ਸਭ ਟੇਕ हे गोविंद हे गुण निधान ਕੀ ਸਦਾ ਬਬੀਤ हे अपरंपर हर हरे ਪੀਓ ਅਣਿਆਰੇ हे संत कै सदा संग ਧਾਰਾ ਆਧਾਰ हे ठाकुर हूँ दासरो ਮੈਂ ਨਿਰਗੁਣ ਗੁਣ ਨਹੀਂ ਕੋਏ नानक दीजै नाम दान ਰਾਖੋ ਹੀਐ ਪਰੋਏ आए प्रभ शरणागति ਕਿਰਪਾ ਨਿਧ ਦਿਆਲ एक अखर हर मन वस्त ਨਾਨਕ ਓਤ ਨਿਆਲ वाहिगुरु नाम जहाज है ਚੜੇ ਸੋ ਤੇਰੇ ਪਾਰ जो शरदा कर सेवंदे ਗੁਰ ਪਾਰ ਉਤਾਰ ਨਿਆਰ वाहिगुरु नाम जहाज है ਚੜੇ ਸੋ ਤੇਰੇ ਪਾਰ जो शरदा कर सेवंदे ਗੁਰ ਪਾਰ ਉਤਾਰ ਨਿਆਰ वाहिगुरु जी का खालसा वाहिगुरु जी की फतेह। राम कली महला तीजा आनंद एक ओंकार सतगुर प्रसाद। आनंद पया मेरी माए सतगुरु मैं पाया ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ राग रतन परवार परियां शब्द गावण आईयां ਸਬਦੋ ਤਾਂ ਗਾਓ ਹਰੀ ਕੇਰਾ ਮਨ ਜਿਨੀ ਵਸਾਇਆ कह नानक आनंद हुआ सतगुरु मैं पाया ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ हर नाल रहो तू मन मेरे दुख सब विसारना ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ सबना गल्लां समरथ स्वामी सो क्यों मनो विसारे ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ साचे साहिबा क्या नहीं कर तेरा ਹਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ सदा सिफत सलाह तेरी नाम मन वसावे ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ कह नानक सच्चे साहिब क्या नहीं कर तेरा ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ कर शांत सुख मन आए बसया जन इच्छा सब पुजाइयां ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਇਹ ਵਡਿਆਈਆਂ कह नानक सुनो संतो शब्द धरो प्यारो साचा नाम मेरा आधारो ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਸ਼ਬਦ ਵਾਜੈ ਕੱਲਾ ਜਿਤ ਕਰ ਤਾਰਿਆ पंच दूत तुद वस कीते काल कंटक मारिया ਦੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ कह नानक तै सुख होआ तित कर अनहद वाजे ਆਨੰਦ ਸੁਣੋ ਵੱਡ ਭਾਗਿਓ ਸਗਲ ਮਨੋਰਥ ਪੂਰੇ पार ब्रह्म प्रभ पाया उतरे सगल वसूरे ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ संत साजन भये सरसे पूरे गुर ते जाने ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਾ ਭਰਪੂਰੇ बिनवंत नानक गुर चरण लागे वाजे अनहद तुरे सलोक ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ दिवस रात दोय दाई दाया खेल सगल जगत ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ करमी आपो अपने के नेड़े के दूर ਜਿਨੀ ਨਾਮ ਤੇ ਆਏ ਆ ਗਏ ਮਸਕਤ ਕਾਲ नानक ते मुख उजले केती छुट्टी नाल जिने नाम ਤੇ ਆਏ ਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ
ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ। ਤੁਮਰੀ ਗਤ ਮਿਤ ਬੋਲੋ ਜੀ। ਅਰਦਾਸ ਇੱਕ ਓੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸਾਂ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ। ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਇ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਠ ਦਰਸ਼ਨ ਦਿਦਾਰ ਜੀ ਕਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਜਿਨ੍ਹਾਂ ਹੱਠੀਆਂ ਜਪੀਆਂ ਤਪੀਆਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਈ। ਦੇਖ ਕੇ ਅੰਡਠ ਕੀਤਾ ਤਿਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਤਾਂ ਨਾਰ ਨਾਲ ਚਰਾਏ। ਚਰਖੜੀਆਂ ਤੇ ਚੜੇ ਤਾਂ ਨਾਰਾਂ ਨਾਲ ਚਰਾਏ। ਗੁਰਦੁਆਰਿਆਂ ਲਈ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਤਿਨਾਂ ਸਮੂਹ ਸ਼ਹੀਦਾਂ ਮੁਰੀਦਾਂ ਹੱਠੀਆਂ ਜਪੀਆਂ ਤਪੀਆਂ ਸਿਦਕਵਾਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ। ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਔਰ ਇਸ਼ਨਾਨ। ਚੌਂਕੀਆਂ ਝੰਡੇ ਬੂੰਗੇ ਜੁਗੋ ਜੋਗਾ ਟਲ। ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ। ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਗੁਰਦੁਆਰਾ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਜੀ ਦੇ ਪਿਆਰੇ ਪੰਥ ਨੂੰ ਵਿਛੋੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਵਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ। ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਮੀ ਦੇ ਮਹੀਨਾਵਾਰੀ ਜੋੜ ਮੇਲੇ ਮਨਾਉਂਦੇ ਅੰਮ੍ਰਿਤ ਵੇਲੇ ਤੋਂ ਪਾਤਸ਼ਾਹ ਜੀ ਦੀਵਾਨ ਸਜਾਏ ਗਏ ਹਨ। ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਦੀ ਰੱਬੀ ਬਾਣੀ ਦੇ ਕੀਰਤਨੀ ਸਿੰਘਾਂ ਨੇ ਕੀਰਤਨ ਗਾਇਨ ਕੀਤੇ ਨੇ। ਢਾਡੀ ਸਿੰਘਾਂ ਨੇ ਆਪ ਜੀ ਦਾ ਜਸ ਗਾਇਨ ਕੀਤਾ ਹੈ। ਕਥਾਕਾਰਾਂ ਪ੍ਰਚਾਰਕਾਂ ਨੇ ਆਪ ਜੀ ਦਾ ਪਾਵਨ ਜਸ ਗਾਇਆ ਹੈ। ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਜੀਓ ਸਮੁੱਚੇ ਦੀਵਾਨਾਂ ਅੰਦਰ ਆਪ ਜੀ ਦਾ ਜਸ ਕਰਦਿਆਂ ਸੁਣਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਗਾਂਹ ਵਾਸਤੇ ਸਤਬੁੱਧੀ ਸਮਤ ਪ੍ਰਦਾਨ ਕਰਨੀ। ਪਾਤਸ਼ਾਹ ਜੀ ਗਾਵਿਆ ਸੁਣਿਆ ਥਾਂ ਪਾਉਣਾ। ਪੜੀ ਸੁਣੀ ਬਾਣੀ ਦਾ ਭਾਵ ਸਮੂਦਾਇ ਰਾਈਆਂ ਸੰਗਤਾਂ ਦੇ ਹਿਰਦਿਆਂ ਵਿਖੇ ਵਸਾਉਣਾ। ਪਾਤਸ਼ਾਹ ਜੀ ਪੰਚਮੀ ਦੇ ਜੋੜ ਮੇਲੇ ਮਨਾਉਂਦਿਆਂ
ਅੰਮ੍ਰਿਤ ਵੇਲੇ ਤੋਂ ਬੇਅੰਤ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ। ਤਿਲ ਫੁੱਲ ਮਾਇਆ ਭੇਟਾ ਕੜਾ ਪ੍ਰਸ਼ਾਦ ਦੀਆਂ ਦੇਗਾਂ ਅਰਪਣ ਕਰ ਰਹੀਆਂ ਨੇ। ਸਮੂਹ ਦੀਆਂ ਭੇਟਾਵਾਂ ਦਰ ਪ੍ਰਵਾਨ ਕਰਦੇ ਹਾਂ। ਦਰੋਂ ਕਰੋ ਨਾਮ ਦੀਆਂ ਦਾਤਾਂ, ਗੁਰਸਿੱਖੀ ਜੀਵਨ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਕੇ ਨਵਾਜੋ। ਗਰੀਬਨ ਵਾਗ ਸਾਹਿਬ ਸੱਚੇ ਪਾਤਸ਼ਾਹ ਜੀ ਸਮੂਹ ਦੀਆਂ ਹਾਜ਼ਰੀਆਂ ਆਪਣੇ ਚਰਨਾਂ 'ਚ ਪ੍ਰਵਾਨ ਕਰੋ। ਗਰੀਬਨ ਵਾਗ ਦਇਆਨੰਦ ਸਾਹਿਬ ਸੱਚੇ ਪਾਤਸ਼ਾਹ ਜੀਓ 6 ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ। ਅੱਖਰਵਦ ਘੱਟ ਭੁੱਲ ਚੁੱਕ ਦੀ ਖਿਮਾ ਕਰਨੀ ਪਾਤਸ਼ਾਹ ਜੀ। ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਪੰਚਾ ਅੰਮ੍ਰਿਤ ਕੜਾ ਪ੍ਰਸ਼ਾਦ ਦੀਆਂ ਦੇਗਾਂ ਸਜਾ ਕਰਕੇ ਹਾਜ਼ਰ ਕੀਤੀਆਂ ਨੇ ਪਾਤਸ਼ਾਹ ਜੀਓ। ਆਪ ਜੀ ਦੇ ਦਰ ਤੇ ਪ੍ਰਵਾਨ ਹੋਵਣ। ਪ੍ਰਵਾਨ ਹੋਈ ਦੇਗ ਸਮੂਹ ਸੰਗਤ ਦੇ ਰਸਨੀ ਲਾਇਕ ਹੋਵੇ ਪਾਤਸ਼ਾਹ ਜੀਓ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਪਾਤਸ਼ਾਹ ਜੀ। ਰਹਿਮਤਾਂ ਵਰਤਾਉਣੀਆਂ ਗਰੀਬਨ ਵਾਜ ਪਵਿੱਤਰ ਹੁਕਮਨਾਮੇ ਬਖਸ਼ੋ। ਹੁਕਮਨਾਮੇ ਅਨੁਸਾਰ ਚੱਲਣ ਦੀ ਬਲ ਬੁੱਧੀ ਪ੍ਰੇਰਣਾ ਬਖਸ਼ੋ। ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲੇ ਆਪ ਜੀ ਦਾ ਪਵਿੱਤਰ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ। ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ। ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲਹਿੰਗੇ ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲਹਿੰਗੇ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।